ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਕੈਲਗਰੀ ਤੋਂ ਜਸਜੀਤ ਸਿੰਘ ਧਾਮੀ ਤੁਹਾਡੇ ਨਾਲ ਅੱਜ ਗੱਲਬਾਤ ਕਰਾਉਣ ਜਾ ਰਿਹਾ। ਹਲਕਾ ਫਲਕਰਜ ਤੋਂ ਜਿਹੜੇ ਸਾਡੇ ਵਿਧਾਇਕ ਨੇ ਪੰਜਾਬੀ ਮੂਲ ਦੇ ਦਵਿੰਦਰ ਸਿੰਘ ਧੂਰ, ਉਹਨਾਂ ਨਾਲ ਕੁਝ ਉਹਨਾਂ ਦੀ ਸਰਕਾਰ ਬਾਰੇ ਗੱਲਬਾਤ ਕਰਾਂਗੇ, ਕੁਝ ਹੋਰ ਨਿਯਮਾਂ ਬਾਰੇ ਗੱਲਬਾਤ ਕਰਾਂਗੇ। ਭਾਜੀ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਧਾਮੀ ਸਾਹਿਬ, ਜਦੋਂ ਵੀ ਤੁਹਾਡੇ ਨਾਲ ਜੁੜਨ ਦਾ ਮੌਕਾ ਮਿਲਦਾ ਬਹੁਤ ਖੁਸ਼ੀ ਹੁੰਦੀ ਹੈ ਜੀ। ਧੰਨਵਾਦ ਵੀਰ ਜੀ, ਬਹੁਤ ਮਿਹਰਬਾਨੀ। ਤੁਸੀਂ ਕਮਿਊਨਿਟੀ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਕਹਿੰਦੇ ਹੁੰਦੇ ਪਲਾਨ ਦੇ ਨਾਲ ਸੇਵਾਵਾਂ ਨਿਭਾ ਰਹੇ ਆ ਤੇ ਕਮਿਊਨਿਟੀ ਵੀ ਤੁਹਾਡੇ ਤੋਂ ਖੁਸ਼ ਆ। ਥੈਂਕ ਯੂ ਵੈਰੀ ਮੱਚ। ਜਿੰਨਾ ਮੇਰੇ ਤੋਂ ਸੇਵਾ ਲਈ ਯੋਗਦਾਨ ਪਾਇਆ ਜਾਂਦਾ, ਕੋਸ਼ਿਸ਼ ਕਰਦੇ ਹਾਂ, ਛੋਟੀ ਜੀ ਕੋਸ਼ਿਸ਼ ਹੋ ਸਕਦਾ ਸਾਡੇ ਜਿਹੜੇ ਇੱਥੇ ਦੇ ਨਿਵਾਸੀ ਨੇ ਸਾਡੀ ਰਾਈਡਿੰਗ ਦੇ, ਤਾਂ ਉਹਨਾਂ ਨੂੰ ਸਹਿਯੋਗ ਦੇ ਕੇ ਜਿਹੜੀ ਸਾਨੂੰ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਵੀ ਮਿਲਦੀ ਹੋਊਗੀ ਜੀ। ਬਹੁਤ ਮਿਹਰਬਾਨੀ ਭਾਜੀ। ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਵੀ ਹੁਣ ਪਿਛਲੇ ਸਮੇਂ ਤੋਂ ਜਿੱਦਾਂ ਕੋਵਿਡ ਕਰਕੇ ਕਾਫੀ ਮੁਸ਼ਕਲ ਦੇ ਵਿੱਚੋਂ ਸਮਾਲ ਬਿਜ਼ਨਸ ਵੀ ਚੱਲ ਰਿਹਾ, ਆਮ ਲੋਕਾਂ ਨੂੰ ਵੀ ਬਹੁਤ ਪ੍ਰਭਾਵਿਤ ਹੋਏ ਆ, ਤੇ ਆਪਾਂ ਹੁਣ ਸਰਕਾਰ ਵੱਲੋਂ ਜਿਹੜੀਆਂ ਹੁਣ ਨਵੀਆਂ ਚੀਜ਼ਾਂ ਆਈਆਂ, ਨਵੀਆਂ ਪਾਲਿਸੀਆਂ ਆਈਆਂ, ਉਹਦੇ ਬਾਰੇ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝ ਪਾਈਏ। ਧਾਮੀ ਸਾਹਿਬ, ਇਸ ਗੱਲ ਦੇ ਜਾਣਨ ਦੇ ਲਈ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਕਿ ਜਿਹੜਾ ਤੁਸੀਂ ਮੁਸ਼ਕਲ ਘੜੀ ਦੀ ਗੱਲ ਕੀਤੀ ਹੈ ਉਹ ਪਿਛਲੇ ਆਲਮੋਸਟ 10 ਮਹੀਨਿਆਂ ਤੋਂ ਚੱਲ ਰਹੀ ਹੈ, ਤੇ ਜਿਹੜਾ ਪੂਰਾ ਸਾਲ ਹੀ ਹੈ ਜਿਹੜਾ ਖਤਮ ਹੋ ਰਿਹਾ ਉਹ ਸਾਲ ਮੁਸ਼ਕਲਾਂ ਭਰਿਆ ਰਿਹਾ। ਪਹਿਲੀ ਵੇਵ ਦੇ ਵਿੱਚ ਅਸੀਂ ਜਿਹੜੀ ਅਲਬਰਟਾ ਦੇ ਵਿੱਚ ਜਿਹੜੇ ਡਿਸੀਜਨ ਲਏ ਸੀ, ਮੈਂ ਇਹ ਨਹੀਂ ਕਹਿੰਦਾ ਕੋਈ ਵੀ ਡਿਸੀਜਨ ਪਰਫੈਕਟ ਹੁੰਦੇ ਨੇ, ਪਰਫੈਕਟ ਲੋਕਾਂ ਦੀਆਂ ਲਾਈਫਸ ਤੇ ਲਿਵਿੰਗ ਉਹਨਾਂ ਦੀ ਜ਼ਿੰਦਗੀ ਨੂੰ ਦੇਖ ਕੇ ਬਣਾਏ ਜਾਂਦੇ ਨੇ। ਉਹਨਾਂ ਦੇ ਵਿੱਚ ਬੈਲੈਂਸ ਬਣਾਉਣ ਦੇ ਵਿੱਚ ਕਈ ਲੋਕੀ ਉਹਨਾਂ ਨਾਲ ਐਗਰੀ ਵੀ ਕਰਦੇ ਨੇ ਕਿ ਨਹੀਂ ਵੀ ਕਰਦੇ। ਸੋ ਜਿਹੜਾ ਪਹਿਲੀ ਵੇਵ ਦੇ ਵਿੱਚ ਜਿੰਨੇ ਅਸੀਂ ਨਿਯਮ ਬਣਾਏ ਸੀ ਉਹਦੇ ਵਿੱਚ ਆਲਮੋਸਟ 95% ਇਕਨੋਮੀ ਚਾਲੂ ਸੀ, 85% ਬਿਜ਼ਨਸ ਇਫੈਕਟ ਨਹੀਂ ਸੀ ਹੋਏ, ਤੇ ਅਸੀਂ ਵੇਵ ਦੇ ਵਿੱਚੋਂ ਵਧੀਆ ਇੱਕ ਅਲਬਰਟਾ ਸੂਬਾ ਜਿਹੜੇ ਨਿਯਮਾਂ ਨਾਲ ਬਾਹਰ ਆਇਆ ਸੀ। ਪਰ ਦੂਜੀ ਜਿਹੜੀ ਵੇਵ ਆਈ ਸੀ ਪਿਛਲੇ ਕੁਝ, ਜਿਵੇਂ ਦਸੰਬਰ ਦਾ ਮਹੀਨਾ, ਇਹ ਸਾਡੇ ਲਈ ਇੱਕ ਬਹੁਤ ਹੀ ਮਾੜਾ ਮਹੀਨਾ ਸੀਗਾ, ਕਿਉਂਕਿ ਜੇ ਦੇਖਿਆ ਜਾਵੇ ਅਲਬਰਟਾ ਦੇ ਵਿੱਚ ਜਿੰਨੀਆਂ ਮੌਤਾਂ ਪਿਛਲੇ 10 ਮਹੀਨਿਆਂ ਚ ਹੋਈਆਂ ਨੇ, ਦਸੰਬਰ ਦੀਆਂ ਮੌਤਾਂ ਦੀ ਗਿਣਤੀ ਆਲਮੋਸਟ ਅੱਧੀ ਆ। ਉਹ ਤੋਂ 466 ਮੌਤਾਂ ਦਸੰਬਰ ਚ ਹੋ ਚੁੱਕੀਆਂ ਨੇ, ਇੱਕ ਅੱਧਾ ਦਿਨ ਬਚਿਆ ਤੇ ਉਸ ਦਾ ਵੀ ਆਊਗਾ, ਟੋਟਲ 920 ਮੌਤਾਂ ਹੋਈਆਂ ਨੇ। ਮੌਤ ਇੱਕ ਵੀ ਮਾੜੀ ਹੁੰਦੀ ਆ, ਇੱਕ ਵੀ ਜਾਨੀ ਨੁਕਸਾਨ ਮਾੜਾ ਹੁੰਦਾ, ਤਾਂ ਉਸ ਦਾ ਸਾਨੂੰ ਅਫਸੋਸ ਵੀ ਆ। ਦੂਜੇ ਪਾਸੇ ਕਈ ਬਿਜ਼ਨਸ ਬੰਦ ਵੀ ਹੋਏ ਨੇ, ਕਈ ਬਿਜ਼ਨਸ ਸਟਰਗਲ ਬਹੁਤ ਕਰ ਰਹੇ ਨੇ, ਖਾਸ ਕਰਕੇ ਛੋਟੇ ਬਿਜ਼ਨਸ। ਉਸ ਦੇ ਲਈ ਦੇਖੋ ਸਾਨੂੰ ਪੋਲੀਟੀਕਲ ਆਈਡੀਓਲੋਜੀ ਤੋਂ ਉੱਤੇ ਉੱਠਣਾ ਪਊਗਾ। ਜਿਹੜੀ ਫੈਡਰਲ ਗਵਰਨਮੈਂਟ ਨੇ ਜਿੰਨੀਆਂ ਵੀ ਸਹੂਲਤਾਂ ਜਾਂ ਜਿੰਨੀਆਂ ਵੀ ਉਹਨਾਂ ਨੇ ਮਦਦ ਕੀਤੀ ਹੈ ਸਮਾਲ ਬਿਜ਼ਨਸ ਦੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੀ ਪ੍ਰੋਵਿੰਸ਼ੀਅਲ ਜਿਹੜੀ ਰਾਜ ਸਰਕਾਰ ਆ ਉਸ ਨੂੰ ਵੀ ਉਸ ਦਾ ਬਹੁਤ ਫਾਇਦਾ ਹੋਇਆ। ਦੂਜੇ ਪਾਸੇ ਸਾਡੀ ਸਰਕਾਰ ਨੇ ਵੀ ਪਿਛਲੀ ਵੇਵ ਤੋਂ ਬਾਅਦ ਇੱਕ ਅਲਬਰਟਾ ਰਿਕਵਰੀ ਪਲਾਨ ਲੈ ਕੇ ਆਂਦਾ, ਜਿਸ ਦੇ ਵਿੱਚ $10 ਬਿਲੀਅਨ ਦੀ ਇਨਵੈਸਟਮੈਂਟ ਜਿਹੜੇ ਪਬਲਿਕ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਹੋਣਗੇ, ਜਿਨ੍ਹਾਂ ਦਾ ਮੁੱਖ ਮੰਤਵ ਜੌਬ ਕ੍ਰੀਏਟ ਕਰਨਾ ਤੇ ਇਕਨੋਮੀ ਦੀ ਹੈਲਪ ਕਰਨਾ ਸੀ, ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਦੇ ਹਾਂ। ਜਿਹੜੇ ਸ਼ਾਵਲ ਰੈਡੀ ਪ੍ਰੋਜੈਕਟ ਨੇ, ਇਹ ਨਹੀਂ ਵੀ ਪੇਪਰਾਂ ਦੇ ਵਿੱਚ ਹੀ ਰਹਿ ਜਾਣ, ਉਹ ਜਿਹੜੇ ਉਹ ਪ੍ਰੋਜੈਕਟ ਨੇ ਉਹ ਛੇਤੀ ਤੋਂ ਛੇਤੀ ਆਉਣ, ਉਹਨਾਂ ਨਾਲ ਨੌਕਰੀਆਂ ਵੀ ਆਉਣ, ਨੌਕਰੀਆਂ ਦੇ ਨਾਲ ਇਕਨੋਮੀ ਦੀ ਮਦਦ ਵੀ ਮਿਲੇ। ਦੁੱਖ ਵਾਲੀ ਗੱਲ ਇਹ ਆ ਕਿ ਜਦੋਂ ਬਾਹਰ ਜਾਈਦਾ ਤੇ ਕਿਸੇ ਨਾ ਕਿਸੇ ਦਾ ਕੋਈ ਸਾਠ ਸੰਬੰਧੀ ਰਿਸ਼ਤੇਦਾਰ ਜਾਂ ਕੋਈ ਮਿੱਤਰ ਕੋਈ ਨਾ ਕੋਈ ਕੋਵਿਡ ਦੀ ਜੇ ਮਾਰ ਦਾ ਸ਼ਿਕਾਰ ਹੋਇਆ, ਤਾਂ ਉਹ ਇਮੋਸ਼ਨਲ ਟੱਚ ਜਿਹੜਾ ਸਾਡੀ ਇੱਕ ਕਮਿਊਨਿਟੀ ਦੇ ਵਿੱਚ ਆਪਸੀ ਸਹਿਯੋਗ ਦਾ ਹੁੰਦਾ, ਉਹ ਦੇਖਣ ਨੂੰ ਮਿਲਦਾ। ਤੇ ਇੱਕ ਦੂਜੇ ਪਾਸੇ ਜਿਹੜੇ ਸਮਾਲ ਬਿਜ਼ਨਸ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ, ਸਾਰੀ ਮਿਹਨਤ ਉਹਦੇ ਵਿੱਚ ਲਾਈ ਹੁੰਦੀ ਆ, ਉਹਨਾਂ ਦੇ ਵਿੱਚ ਸੁਪਨਿਆਂ ਦੀ ਇੱਕ ਕਹਾਣੀ ਲਿਖੀ ਹੁੰਦੀ ਆ। ਜਦੋਂ ਉਸ ਕਹਾਣੀ ਨੂੰ ਅਸੀਂ ਕਿਤੇ ਨਾ ਕਿਤੇ ਡਿਵਰਟ ਹੁੰਦੇ ਦੇਖਦੇ ਆ, ਕਿਉਂਕਿ ਮੈਂ ਉਸ ਦਾ ਇੱਕ ਆਪ ਵੀ ਪਾਰਟ ਆ, ਤਾਂ ਇੱਕ ਬਹੁਤ ਜਿਹੜੀ ਨਵੀਂ ਮਹਿਸੂਸ ਕਰਦਾ। ਸੋ ਪਰ ਸਾਡੀ ਸਰਕਾਰ ਦਾ ਇਹ ਮੰਤਵ ਆ ਕਿ ਇਹੋ ਜਿਹੇ ਪ੍ਰੋਗਰਾਮ ਲਿਆਂਦੇ ਜਾਣ ਜਿਹਦੇ ਨਾਲ ਸਮਾਲ ਬਿਜ਼ਨਸ ਨੂੰ ਹੋਰ ਮਦਦ ਹੋਵੇ। ਮੈਂ ਖੁਦ ਹਾਲਾਂਕਿ ਕੋਵਿਡ ਕਰਕੇ ਇੱਕ ਜਿਹੜੀ ਕਮਿਊਨੀਕੇਸ਼ਨ ਆ ਸਾਡੀ ਥੋੜੀ ਜਿਹੀ ਖਰਾਬ ਹੋਈ ਆ, ਕਿਉਂਕਿ ਆਉਣਾ ਜਾਣ ਦੇ ਨਾਲ ਸਾਨੂੰ ਥੋੜੇ ਜਿਹੇ ਸਿਹਤ ਸੰਬੰਧੀ ਨਿਯਮਾਂ ਦਾ ਪਾਲਣ ਕਰਨਾ ਪੈਂਦਾ। ਪਰ ਜਿਹੜੀ ਸ਼ਾਪ ਲੋਕਲ ਦੀ ਮੈਂ ਸਟ੍ਰੈਟਜੀ ਚਲਾਈ ਆ, ਮੈਂ ਚਾਹੁੰਦਾ ਜਿਵੇਂ ਤੁਹਾਡਾ ਮੀਡੀਆ ਹਾਊਸ ਆ ਜਾਂ ਦੂਜੇ ਸਾਡੇ ਰੈਸਟੋਰੈਂਟ ਨੇ, ਗਰੋਸਰੀ ਸਟੋਰ ਨੇ, ਜਾਂ ਕਿਸੇ ਤਰ੍ਹਾਂ ਦੇ ਵੀ ਛੋਟੇ ਅਦਾਰੇ ਨੇ, ਲੋਕਾਂ ਨੂੰ ਅਪੀਲ ਕਰ ਰਹੇ ਆ ਜਾ ਕੇ ਕਿ ਇਹਨਾਂ ਦੀ ਮਦਦ ਕਰੋ। ਸਰਕਾਰ ਵੀ ਮਦਦ ਕਰੂਗੀ, ਪਰ ਜੇ ਅਸੀਂ ਇਹਨਾਂ ਦੀ ਮਦਦ ਕਰਾਂਗੇ, ਅੱਜ ਦੀ ਡੇਟ ਦੇ ਵਿੱਚ ਜਿਹੜਾ ਯੋਗਦਾਨ ਇਹਨਾਂ ਨੇ ਜੌਬ ਕ੍ਰੀਏਟ ਕਰਨ ਵਿੱਚ ਪਾਉਣਾ ਜਾਂ ਆਉਣ ਵਾਲੇ ਨਵੇਂ ਬਿਜ਼ਨਸ ਕ੍ਰੀਏਟ ਦੇ ਵਿੱਚ ਕਰਨਾ, ਉਹ ਆਪਣੇ ਆਪ ਦੀ ਇੱਕ ਮਿਸਾਲ ਹੋਊਗੀ। ਸੋ ਇੱਕ ਮੁਸ਼ਕਲ ਦੀ ਘੜੀ ਆ, ਇੱਕ ਦੂਜੇ ਦਾ ਸਾਨੂੰ ਸਹਿਯੋਗ ਦੇਣ ਦੀ ਲੋੜ ਆ, ਮੋਢੇ ਦੇ ਨਾਲ ਮੋਢਾ ਲੈ ਕੇ ਚੱਲਣ ਦੀ ਲੋੜ ਆ। ਬਹੁਤ ਜਿਵੇਂ ਕਹਿੰਦੇ ਹੁੰਦੇ ਹਾਥੀ ਲੰਘ ਗਿਆ ਸਿਰ ਪੂੰਛ ਰਹਿ ਗਈ, ਬਹੁਤ ਮੁਸ਼ਕਲ ਘੜੀ ਚੋਂ ਲੰਘ ਚੁੱਕੇ ਆ। ਥੋੜਾ ਜਿਹਾ ਸਮਾਂ ਹੋਰ ਰਹਿ ਗਿਆ, ਸਾਨੂੰ ਉਹਦੀ ਕੋਈ ਐਂਡ ਪੁਆਇੰਟ ਤਾਂ ਨਹੀਂ ਪਤਾ, ਪਰ ਜਿਹੜਾ ਸਹਿਯੋਗ ਸਾਡੇ
ਅਲਬਰਟਾ ਨਿਵਾਸੀਆਂ ਨੇ ਜਾਂ ਸਾਰਿਆਂ ਨੇ ਦਿੱਤਾ, ਜੀ। ਉਹਦੇ ਲਈ ਬਹੁਤ ਬਹੁਤ ਧੰਨਵਾਦ। ਜੀ। ਇਹ ਮੁਸ਼ਕਲ ਘੜੀ ਚੋਂ ਜ਼ਰੂਰ ਬਾਹਰ ਨਿਕਲਾਂਗੇ ਜੀ। ਇਹਦੇ ਨਾਲ ਹੀ ਇੱਕ ਹੋਰ ਭਾਜੀ ਸਵਾਲ ਆ ਜਿਹੜਾ ਅਕਸਰ, ਕਿਉਂਕਿ ਕੋਵਿਡ ਦੇ ਦੌਰਾਨ ਕਾਫੀ ਲੋਕਾਂ ਦੇ ਵਿੱਚ ਡਰ ਪੈਦਾ ਰਿਹਾ, ਕਿਉਂਕਿ ਹੁਣ ਤੱਕ ਵੀ ਉਹੀ ਆ। ਹੁਣ ਵੈਕਸੀਨ ਆ ਗਈ ਆ, ਉਹ ਡੇਲੀ ਅੰਕੜੇ ਸਿਹਤ ਵਿਭਾਗ ਵੱਲੋਂ ਵੀ ਆਉਂਦੇ ਆ, ਪ੍ਰੀਮੀਅਰ ਸਾਹਿਬ ਵੀ ਰੋਜ਼ ਪ੍ਰੈਸ ਕਾਨਫਰੰਸ ਜਾਂ ਲਾਈਵ ਹੋ ਕੇ ਦੱਸਦੇ ਆ। ਵੈਕਸੀਨ ਬਾਰੇ ਕੁਝ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋਇਆ ਪਿਆ। ਕਈ ਤਾਂ ਲੋਕ ਕਹਿੰਦੇ ਆ ਵੀ ਜੇ ਇਹ ਇੰਜੈਕਸ਼ਨ ਲੱਗ ਗਿਆ ਤੇ ਇਹਦਾ ਸਾਈਡ ਇਫੈਕਟ ਵੀ ਹੋ ਸਕਦਾ। ਕਈ ਲੋਕਾਂ ਦੇ ਮਨ ਵਿੱਚ ਇਹ ਆ ਵੀ ਇਹ ਲਵਾਉਣਾ ਚਾਹੀਦਾ ਜਾਂ ਨਹੀਂ ਲਵਾਉਣਾ ਚਾਹੀਦਾ। ਕੁਝ ਲੋਕਾਂ ਨੇ ਹੁਣ ਇੱਕ ਨਵੀਂ ਜਿਹੜੀ ਚੀਜ਼ ਸਾਹਮਣੇ ਆ ਰਹੀ ਆ ਵੀ ਇਹਦਾ ਕੀ ਬੈਨੀਫਿਟ ਆ, ਕਿੰਨੇ % ਇਹਦਾ ਜਿਹੜਾ ਬੈਨੀਫਿਟ ਹੋ ਸਕਦਾ, ਵੀ ਕੀ ਇਹ ਲੱਗਣ ਤੋਂ ਬਾਅਦ ਕੋਵਿਡ ਨਹੀਂ ਹੋ ਸਕਦਾ। ਇਹਦੇ ਬਾਰੇ ਸਰਕਾਰ ਕੀ ਸਪਸ਼ਟ ਕਰਨਾ ਚਾਹੁੰਦੀ ਹੈ? ਦੇਖੋ, ਜਿਹੜੀ ਪਹਿਲੀ ਗੱਲ ਤਾਂ ਜਿਹੜੀ ਕੋਵਿਡ ਦੇ ਵਿੱਚ ਜਿਹੜੇ ਪਹਿਲਾਂ ਟ੍ਰਾਇਲ ਚੱਲ ਰਹੇ ਸੀ, ਜਿੰਨੀਆਂ ਵੀ ਕੰਪਨੀਆਂ, ਫਾਰਮਾਸਿਊਟੀਕਲ ਕੰਪਨੀਆਂ ਜਾਂ ਜਿੰਨੀਆਂ ਵੀ ਕੰਪਨੀਆਂ ਇਹਨਾਂ ਦੇ ਟ੍ਰਾਇਲ ਦੇ ਵਿੱਚ ਲੱਗੀਆਂ ਹੋਈਆਂ ਸਨ, ਉਹਨਾਂ ਦੇ ਵਿੱਚੋਂ 7 ਕੰਪਨੀਆਂ ਦੇ ਨਾਲ ਕੈਨੇਡਾ ਸਰਕਾਰ ਦਾ ਐਗਰੀਮੈਂਟ ਹੋਇਆ ਸੀ। ਕੈਨੇਡਾ ਸਰਕਾਰ ਨੂੰ ਨਹੀਂ ਸੀ ਪਤਾ ਕਿ ਕਿਹਦਾ ਟ੍ਰਾਇਲ ਪਹਿਲਾਂ ਪਾਸ ਹੋ ਜਾਣਾ ਜਾਂ ਕਿਹੜੀ ਕੰਪਨੀ ਨੇ ਇਸ ਨਤੀਜੇ ਤੱਕ ਪਹਿਲਾਂ ਪਹੁੰਚ ਜਾਣਾ। ਉਹਦੇ ਵਿੱਚੋਂ ਫਾਈਜ਼ਰ ਦੀ, ਬਾਇਓਟੈਕ ਜਿਹੜੀ ਕੰਪਨੀ ਸੀ, ਉਸ ਦਾ ਪਹਿਲਾ ਜਿਹੜਾ ਟ੍ਰਾਇਲ ਸੀ ਉਹ ਕੈਨੇਡਾ ਦੇ ਵਿੱਚ ਅਪਰੂਵ ਹੋਇਆ, ਅਮਰੀਕਾ ਦੇ ਵਿੱਚ ਵੀ ਤੇ ਯੂਕੇ ਦੇ ਵਿੱਚ ਵੀ। ਉਹਨਾਂ ਦੇ ਨਾਲ ਉਹਨਾਂ ਸਰਕਾਰਾਂ ਦੇ ਕੰਟਰੈਕਟਸ ਹਨ ਕਿ ਤੁਹਾਨੂੰ ਡੋਜ਼ਾਂ ਕਿਸੇ ਹਿਸਾਬ ਨਾਲ ਦਿੱਤੀਆਂ ਜਾਣ। ਦੂਜੇ ਪਾਸੇ ਮੋਡਰਨਾ, ਜਿਹਦੇ ਨਾਲ ਸਾਡੇ ਕਾਫੀ ਵੱਡਾ ਐਗਰੀਮੈਂਟ ਆ ਉਹਨਾਂ ਦਾ ਪ੍ਰੋਵਾਈਡ ਕਰਨ ਦਾ। ਤੀਜੇ ਜਿਹੜੀ ਆਕਸਫੋਰਡ ਦੀ ਆ ਕਾਲਜ ਯੂਕੇ ਦੇ ਵਿੱਚ, ਉਹਨਾਂ ਦਾ ਟ੍ਰਾਇਲ ਉੱਥੇ ਜਿਹੜਾ ਹੋਇਆ ਸੀਗਾ ਉਸ ਨੂੰ ਯੂਕੇ ਨੇ ਅਪਰੂਵ ਕਰ ਦਿੱਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਹੋਰ ਕੰਪਨੀਆਂ ਨੂੰ ਦੇ ਜਿਹੜੇ ਵੈਕਸੀਨ ਆ ਉਸ ਨੂੰ ਅਲਾਉ ਕਰ ਦਿੱਤਾ ਜਾਊਗਾ ਯੂਜ਼ ਦੇ ਲਈ। ਹੁਣ ਤੁਹਾਡੀ ਗੱਲ ਤੇ ਆਉਂਦੇ ਆ ਕਿ ਉਸ ਦੇ ਵਿੱਚ ਲੋਕਾਂ ਦੇ ਕੀ ਸਵਾਲ ਨੇ। ਸਵਾਲ ਇਹ ਨੇ, ਦੇਖੋ ਮੈਨੂੰ ਵੀ ਸਵਾਲ ਆਉਂਦੇ ਨੇ ਕਿ ਜੀ ਇਹ ਵੈਕਸੀਨ ਕਦੋਂ ਮਿਲੂਗੀ। ਹੁਣ ਜਦੋਂ ਫਾਈਜ਼ਰ ਬਾਇਓਟੈਕ ਜਿਹੜੀ ਪਹਿਲੀ ਵੈਕਸੀਨ ਸੀ ਉਹ ਮਿਲੀ, ਸਾਨੂੰ ਉਹਦੀਆਂ ਘੱਟ ਡੋਜ਼ਸ ਮਿਲੀਆਂ। ਸਾਡਾ ਟਾਰਗੇਟ ਸੀਗਾ ਕਿ ਦਸੰਬਰ ਦੇ ਐਂਡ ਤੱਕ ਅਸੀਂ ਆਲਮੋਸਟ 30,000 ਅਲਬਰਟਾ ਨਿਵਾਸੀਆਂ ਨੂੰ, ਜਿਹੜੇ ਕਿ ਫਰੰਟ ਲਾਈਨ ਵਰਕਰਸ ਨੇ ਜਾਂ ਸੀਨੀਅਰ ਕੇਅਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਇਹ ਡੋਜ਼ਸ ਪ੍ਰੋਵਾਈਡ ਕਰ ਦੇਵਾਂਗੇ। ਪਰ ਦੇਖੋ, ਅਸੀਂ ਰੋਜ਼ ਨਵੀਂ ਗੱਲ ਸੁੱਟਦੇ ਹਾਂ। ਅੱਜ ਤੱਕ ਅਸੀਂ ਆਲਮੋਸਟ 8500 ਅਲਬਰਟਾ ਨਿਵਾਸੀਆਂ ਤੇ ਵੈਕਸੀਨ ਲਗਾ ਚੁੱਕੇ ਹਾਂ। ਇਸ ਗੱਲ ਨੂੰ ਥੋੜਾ ਜਿਹਾ ਡਿਸਕਰੇਜ ਨਹੀਂ ਹੋਣਾ ਚਾਹੀਦਾ ਕਿ 30,000 ਬਦਲੇ 8500 ਕਿਉਂ ਲੱਗੇ। ਉਸ ਦਾ ਰੀਜ਼ਨ ਇਹ ਸੀ ਜੀ ਧਾਮੀ ਸਾਹਿਬ, ਜਿਹੜੀ ਫਾਈਜ਼ਰ ਦੀ ਜਿਹੜੀ ਪਹਿਲਾਂ ਵੈਕਸੀਨ ਮਿਲੀ ਸੀ ਸਾਨੂੰ, ਉਸ ਦੀਆਂ ਉਸ ਦੀ ਜਿਹੜੀ ਸਪਲਾਈ ਸੀ ਉਹ ਐਡਮਿੰਟਨ ਤੇ ਕੈਲਗਰੀ ਦੇ ਵਿੱਚ ਜਿਹੜਾ ਤਾਪਮਾਨ ਜਿਹੜੇ ਠੰਡਕ 'ਚ ਰੱਖਣੀ ਪੈਂਦੀ ਸੀ, ਉਹ ਅਸੀਂ ਔਨ ਸਾਈਟ ਕਰਕੇ ਪ੍ਰੋਵਾਈਡ ਨਹੀਂ ਸੀ ਕਰ ਸਕਦੇ। ਉਹਨਾਂ ਦੇ ਜਿਹੜੇ ਸਾਧਨ ਸੀਗੇ ਸਰਕਾਰ ਕੋਲੇ ਵੀ, ਤੇ ਜਿਹੜੀ ਕੰਪਨੀ ਵੱਲੋਂ ਉਹਨਾਂ ਦੀ ਕੰਡੀਸ਼ਨਾਂ ਸੀਗੀਆਂ ਜਾਂ ਉਹਨੂੰ ਐਡਮਿਨਿਸਟ੍ਰੇਟਰ ਦੇ ਲਈ ਜਿਹੜੇ ਬਣਾਇਆ ਗਿਆ ਸੀ ਨਿਯਮ, ਉਹ ਬੜੇ ਔਖੇ ਸਨ। ਸੋ ਐਡਮਿਨਿਸਟ੍ਰੇਟ ਕਰਨੀ ਬੜੀ ਔਖੀ ਸੀ। ਮੋਡਰਨਾ ਦੀਆਂ ਹੁਣ ਆਲਮੋਸਟ 1.5 ਲੱਖ ਤੋਂ ਵੱਧ ਡੋਜ਼ਸ ਆ ਰਹੀਆਂ ਨੇ। ਤਾਂ ਜਿਹੜੀ ਤੀਜੀ ਕੰਪਨੀ ਜਦੋਂ ਉਹਦੇ ਨਾਲ ਆਈਆਂ, ਜਦ ਅਟਲੇ ਚ ਆਈਆਂ, ਜਿੰਨਾ ਸਾਨੂੰ ਜਿਵੇਂ ਮੈਂ 8500 ਤੇ 30,000 ਦਾ ਕਿਹਾ ਕਿ ਆਲਮੋਸਟ 21,000 ਦਾ ਜਿਹੜਾ ਫਰਕ ਆ, ਉਹ ਹੋ ਸਕਦਾ ਅਸੀਂ ਜਨਵਰੀ ਚ ਕੱਢੀਏ ਤੇ ਲੋਕਾਂ ਨੂੰ ਆਵਾਂਗੇ। ਦੂਜੇ ਪਾਸੇ ਤੁਸੀਂ ਕਿਹਾ ਸੀ ਐਫੀਸ਼ੀਐਂਸੀ ਦੀ, ਜਿਹੜੀ ਫਾਈਜ਼ਰ ਦੀ ਆ ਉਹ 95% ਤੇ ਆ, ਮੋਡਰਨਾ ਦੀ ਜਿਹੜੀ ਜਿਹੜੀ ਆਕਸਫੋਰਡ ਦੀ ਆ ਉਹ 75% ਤੇ ਆ। ਠੀਕ ਹੈ ਜੀ। ਪਰ ਇੱਕ ਗੱਲ ਆ ਵੀ ਇਹ ਸਸਤੀ ਬਹੁਤ ਆ। ਜਿਹੜੀ ਫਾਈਜ਼ਰ ਦੀ ਸੀਗੀ, ਜਾਨੀ ਐਗਜ਼ੈਕਟ ਕਾਸਟ ਤਾਂ ਨਹੀਂ ਮੈਨੂੰ ਪਤਾ, ਪਰ ਇਹ ਆਲਮੋਸਟ 10 ਗੁਣਾ ਕੀਮਤ ਆ ਉਸ ਵੈਕਸੀਨ ਦੇ ਨਾਲੋਂ। ਅੱਛਾ ਜੀ। ਸੋ ਦੂਜੇ ਪਾਸੇ ਜਿਹੜੀਆਂ ਕੰਡੀਸ਼ਨਾਂ ਦੇ ਵਿੱਚ ਸਟੋਰ ਕੀਤੀ ਜਾਂਦੀ ਆ ਜਾਂ ਐਡਮਿਨਿਸਟਰ ਕੀਤੀ ਜਾਂਦੀ ਆ, ਵੀ ਉਸ ਦਾ ਪ੍ਰਭਾਵ 95% ਆ, 5% ਲੋਕਾਂ ਤੇ ਸ਼ਾਇਦ ਅਸਰ ਨਾ ਹੋਵੇ। ਅੱਛਾ ਜੀ। ਦੂਜੇ ਪਾਸੇ ਉਸ ਦੀ ਡਬਲ ਡੋਜ਼ ਦੇਣੀ ਪੈਣੀ ਆ। ਅੱਛਾ ਜੀ। ਜਿਹੜੀ ਉਹਨੂੰ ਕਹਿੰਦੇ ਹੁੰਦੇ ਨੇ ਵੀ ਆਪਾਂ ਉਹਨੂੰ ਬੂਸਟ ਕਰਨ ਲਈ, ਉਹ ਡੋਜ਼ ਦੇ ਵਿੱਚ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਸੀ ਕਿ ਜਿੰਨੀਆਂ ਡੋਜ਼ਸ ਆ ਕੇ ਜੇ ਤੁਸੀਂ ਕਿਸੇ ਨੂੰ ਪਹਿਲੀ ਡੋਜ਼ ਲਗਾ ਦਿੰਦੇ ਹੋ, ਦੂਜੀ ਡੋਜ਼ ਵੇਲੇ ਤੁਹਾਡੇ ਕੋਲੇ ਨਾ ਉਹਦੀ ਅਵੇਲੇਬਿਲਿਟੀ ਹੋਈ ਤਾਂ ਪਹਿਲੀ ਦੇ ਵੀ ਖਰਾਬ ਹੋ ਜੂਗੀ। ਸੋ ਇੱਕ ਬਹੁਤ ਵੱਡੀ ਬੈਲੈਂਸ ਬਣਾਉਣ ਦੀ ਗੱਲ ਸੀ, ਇਕੁਏਸ਼ਨ ਬਣਾਉਣ ਦੀ ਗੱਲ ਸੀ। ਸਰਕਾਰਾਂ ਰਾਜ ਲੈਵਲ ਤੇ ਫੈਡਰਲ ਲੈਵਲ ਤੇ ਇੱਕ ਦੂਜੇ ਦਾ ਸਹਿਯੋਗ ਕਰ ਰਹੀਆਂ ਨੇ। ਮੋਡਰਨਾ ਆ ਰਹੀ ਆ ਤੇ ਦੂਸਰੇ ਵਾਸਤੇ ਜਿਹੜੀਆਂ 2-4 ਹੋਰ ਵੈਕਸੀਨਾਂ ਨੇ, ਉਮੀਦ ਕਰਦਾ ਕਿ ਕੁਝ ਹਫ਼ਤਿਆਂ ਦੇ ਵਿੱਚ ਹੀ ਸਾਰਿਆਂ ਨੂੰ ਅਵੇਲੇਬਲ ਹੋਣਗੀਆਂ। ਅਵੇਲੇਬਲ ਹੋਣ ਦੇ ਨਾਲ ਐਫੀਸ਼ੀਐਂਸੀ ਵਧੂਗੀ। 100% ਐਫੀਸ਼ੀਐਂਸੀ ਨਹੀਂ ਹੈਗੀ। ਦੂਜੇ ਪਾਸੇ ਅਲਬਰਟਾ ਨਿਵਾਸੀਆਂ ਦੇ ਕੁਐਸਚਨ ਆ ਕਿ ਤੁਸੀਂ ਜ਼ਬਰਦਸਤੀ ਵੀ ਲਾਓਗੇ। ਅਸੀਂ ਇਹ ਗੱਲ ਬੜੀ ਕਲੀਅਰ ਕੀਤੀ ਆ ਕਿ ਅਸੀਂ ਵੈਕਸੀਨ ਜ਼ਬਰਦਸਤੀ ਨਹੀਂ ਲਾਵਾਂਗੇ। ਵੈਕਸੀਨ ਮੈਂਡੇਟਰੀ ਨਹੀਂ ਹੈਗੀ। ਇਹ ਅਲਬਰਟਾ ਨਿਵਾਸੀਆਂ ਨੂੰ ਇੱਕ ਦੂਜੇ ਦੀ ਜ਼ਿੰਦਗੀ ਜਾਂ ਆਪਣੀ ਜ਼ਿੰਦਗੀ ਜਾਂ ਆਪਣੇ ਪਿਆਰਿਆਂ ਦੀ ਜ਼ਿੰਦਗੀ ਬਚਾਉਣ ਦੀ ਇੱਕ ਕਦਮ ਆ।
ਦੂਜੇ ਪਾਸੇ ਕਈ ਸਿਸਟਮ ਆਉਣੇ ਨੇ। ਫਲੋਰੀਡਾ ਦੇ ਵਿੱਚ ਕੱਲ ਸਿਸਟਮ ਦੇਖਿਆ ਮੈਂ ਉਹਨਾਂ ਦਾ, ਜੀ। ਉਹ ਫਸਟ ਕਮ ਫਸਟ ਸਰਵ ਤੇ ਲਾ ਰਹੇ ਨੇ। ਠੀਕ ਹੈ ਜੀ। ਪਰ ਜਿਹੜੀ ਉੱਥੇ ਲੈਣਾ ਲੱਗੀਆਂ ਨੇ ਜੀ। ਉਹ ਇੱਕ ਚਿੰਤਾ ਦਾ ਵਿਸ਼ਾ। ਜੀ। ਸੋ ਸਾਨੂੰ ਉਹ ਜਿਹੇ ਕਿਓਸ ਨਹੀਂ ਬਣਾਉਣੇ ਪੈਣਗੇ ਜੀ। ਕਿ ਜਿਹਦੇ ਨਾਲ ਹਾਲਤ ਹੋਰ ਵਿਗੜਨ। ਹਾਲਤ ਵੈਕਸੀਨ ਆ ਰਹੀ ਹੈ, ਖਬਰਾਂ ਚੰਗੀਆਂ ਆ ਰਹੀਆਂ ਨੇ, ਜੀ। ਹਵਾ ਦੇ ਵਿੱਚੋਂ ਜਿਹੜੀ ਕਹਿੰਦੇ ਹੁੰਦੇ ਆ ਸਮੈਲ ਚੰਗੀ ਆ ਰਹੀ ਆ। ਜੀ। ਪਰ ਦੂਜੇ ਪਾਸੇ ਇਹ ਵੀ ਦੇਖਿਆ ਜਾਵੇ ਕਿ ਜਿਹੜੀ ਹਸਪੀਟਲਾਈਜੇਸ਼ਨ ਆ ਸਾਡੀ, ਉਹ ਇੱਕ ਰੈਕਡ ਲੈਵਲ ਤੇ ਨੇ। ਆਈਸੀਯੂ ਦੇ ਬੈੱਡ ਆਲਮੋਸਟ 150 ਬੈੱਡ ਸਾਡੇ ਆਈਸੀਯੂ ਦੇ ਹੋ ਚੁੱਕੇ ਨੇ। ਹਾਂਜੀ, ਹੋ ਗਏ। ਨੰਬਰ ਆਫ ਹਸਪੀਟੇਲੇਸ਼ਨ ਆਲ ਟਾਈਮ ਰੈਕਡ ਤੇ ਆ। ਜੀ। ਸੋ ਅਸੀਂ ਜਿਹੜੇ ਫਿਜ਼ੀਕਲ ਜਿਹੜੇ ਡਿਸਟੈਂਸ ਦੇ ਰੂਲ ਸੀ, ਮਾਸਕ ਦੇ ਰੂਲ ਸੀ, ਉਹਨਾਂ ਨੂੰ ਪਾਲਣ ਕਰਨਾ ਜਿੰਨਾ ਚਿਰ ਇਸ ਦਾ ਜਾਂ ਇਲਾਜ ਨਹੀਂ ਨਿਕਲਦਾ ਜਾਂ ਤੁਹਾਡੀ ਬਾਡੀ ਦੇ ਵਿੱਚ ਵੈਕਸੀਨ ਨਹੀਂ ਲੱਗਦੀ। ਠੀਕ ਆ ਭਾਜੀ। ਇੱਕ ਨਾਲ ਹੋਰ ਗੱਲ ਕਰਦੇ ਆ ਜੀ। ਦੇਖੋ ਲੋਕਡਾਊਨ ਵੀ ਹੋਇਆ ਹੈ ਇਸ ਲਈ, ਅੰਦਰ ਖਾਤੇ ਚਲੋ ਲੋਕੀ ਇੱਕ ਦੂਜੇ ਨੂੰ ਮਿਲਦੇ ਗਿਲਦੇ ਵੀ ਆ। ਕੁਝ ਸਰਕਾਰ ਨੇ ਵੀ ਢਿੱਲ ਦਿੱਤੀ ਸੀ ਵੀ ਆ ਕ੍ਰਿਸਮਸ ਕਰਕੇ ਵੀ ਜਿਹੜੇ ਆਪਣੇ ਆ ਇੱਕ ਦੂਜੇ ਨੂੰ ਮਿਲ ਸਕਦੇ ਆ ਨਾ ਜੀ। ਤੇ ਹੁਣ ਆਪਾਂ ਉਹਦੀ ਉਹ ਗੱਲ ਕਰਦੇ ਆ ਵੀ ਲੋਕਡਾਊਨ ਹੋਣ ਦੇ ਬਾਵਜੂਦ ਅੰਕੜੇ ਫੇਰ ਬਹੁਤ ਵੱਧ ਰਹੇ ਆ। ਦੇਖੋ ਇਸ ਨੂੰ ਜਿਹੜਾ ਵੀ ਕੋਈ ਆਪਾਂ ਜਿਹੜਾ ਵੀ ਪ੍ਰੀਕਾਸ਼ਨ ਜਾਂ ਮੈਜ਼ਰ ਲੈਂਦੇ ਆ, ਹਾਂਜੀ। ਉਹ ਪਿਛਲੇ 2 ਹਫ਼ਤਿਆਂ ਨੂੰ ਟਰਾਂਸਲੇਟ ਨਹੀਂ ਕਰਦਾ। ਜੀ। ਜਿਹੜਾ ਅੱਜ ਲਵਾਂਗੇ, ਹਾਂਜੀ। ਪਿਛਲੇ ਜਿਹੜੇ 2 ਹਫ਼ਤਿਆਂ ਦਾ ਹੋਇਆ ਉਹ ਨੰਬਰ 2 ਹਫ਼ਤੇ ਚੱਲਦੇ ਰਹਿਣੇ ਨੇ। ਠੀਕ ਹੈ ਜੀ। ਉਸ ਦਾ ਅਸਰ 2 ਹਫ਼ਤਿਆਂ ਬਾਅਦ ਪੈਣਾ। ਠੀਕ ਹੈ ਜੀ। ਸੋ ਜੇ ਅੱਜ ਸਾਨੂੰ ਲੱਗਦਾ ਵੀ ਅਸੀਂ ਇਸ ਨਿਯਮਾਂ ਨੂੰ ਅੱਜ ਲਾਗੂ ਕਰਨਾ, ਹਾਂਜੀ। ਤਾਂ ਸਾਨੂੰ ਉਹ ਨਤੀਜੇ ਪਿਛਲੇ 2 ਹਫ਼ਤਿਆਂ ਦੇ ਭੁਗਤਣੇ ਪੈਣਗੇ। ਜੀ ਜੀ ਜੀ। ਦੇਖੋ ਲਾਕਡਾਊਨ ਲਾਉਣੇ ਜਾਂ ਸਰਕਟ ਬ੍ਰੇਕਰ ਲਾਉਣੇ ਬਹੁਤ ਔਖੇ ਨੇ। ਜੀ। ਲੋਕਾਂ ਦੀ ਜ਼ਿੰਦਗੀ ਨੂੰ ਕੰਟਰੋਲ ਕਰਨਾ ਬਹੁਤ ਔਖਾ ਔਖਾ ਹੈ ਜੀ, ਔਖਾ ਹੈ। ਅਸੀਂ ਦੇਖਿਆ, ਅਸੀਂ ਜਦੋਂ ਪੰਜਾਬ 'ਚ ਹੁੰਦੇ ਸੀ, ਛੋਟੇ ਹੁੰਦੇ ਸੀ, ਹਾਂਜੀ। ਪੁਲਿਸ ਡੰਡੇ ਲੈ ਕੇ ਘੁੰਮਦੀ ਸੀ, ਉਹ ਡਰ ਲੱਗਦਾ ਸੀ। ਹਾਂ। ਉਹੋ ਜਿਹੀ ਹਾਲਤ ਇੱਥੇ ਨਹੀਂ ਹੈ ਨਹੀਂ ਹੈਗੀ। ਕਿ ਇਨਫੋਰਸਮੈਂਟ ਨਹੀਂ ਕਰ ਸਕਦੇ। ਜੀ। ਇੱਥੇ ਅਸੀਂ ਇੱਕ ਫ੍ਰੀ ਜ਼ਿੰਦਗੀ ਜਿਉਣ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। yeah। ਤੇ ਇੱਕ ਡਿਸਪਲਿਨ ਦੇ ਵਿੱਚ ਇੱਕ ਆਪਾਂ ਆਗਿਆਕਾਰੀ ਸਿਟੀਜ਼ਨ ਆਪਦੇ ਆਪ ਨੂੰ ਸਮਝਦੇ ਆ। ਜੀ। ਸੋ ਲਾਕਡਾਊਨ ਲਾਉਣੇ ਸੌਖੇ ਬੜੇ ਹੁੰਦੇ ਨੇ, ਸਰਕਾਰ ਨੇ ਤਾਂ ਕਹਿਣਾ ਹੀ ਹੁੰਦਾ। ਜੀ। ਇਨਫੋਰਸ ਕਰਵਾ ਕੇ ਲੋਕਾਂ ਦੀ ਆਮ ਜ਼ਿੰਦਗੀ ਦੇ ਵਿੱਚ ਜਿਹੜੀ ਗਵਰਨਮੈਂਟ ਦੇ ਰੂਲ ਨੇ ਨਾ, ਕਈ ਹਾਂਜੀ। ਆਮ ਲੋਕੀ ਉਸ ਦੇ ਨਾਲ ਐਗਰੀ ਵੀ ਨਹੀਂ ਕਰਦੇ। ਹੁਣ ਜਿੱਦਾਂ 28 ਦਿਨ ਦਾ ਲਾਕਡਾਊਨ ਲੱਗਾ ਜੀ, ਹੋਰ ਵੀ ਗਾਂ ਸਟੈਂਡ ਕਰਦਾ ਹੈ ਸਰਕਾਰ ਦੀ ਕੋਈ ਪਾਲਿਸੀ ਜਾਂ ਵੀ ਇਹ ਤੋਂ ਬਾਅਦ ਓਪਨ ਕਰ ਦੇਣਗੇ ਸਾਰਾ? ਦੇਖੋ ਸਵਾਲ ਤੁਹਾਡਾ ਬਹੁਤ ਵਧੀਆ, ਪਰ ਇਸ ਦਾ ਆਨਸਰ ਇਹ ਹੈ ਕਿ ਦੇਖੋ ਅੱਜ ਤੋਂ ਜਦੋਂ ਲਾਕਡਾਊਨ ਜਿੰਨੇ ਤਰੀਕ ਤੱਕ ਅਸੀਂ ਲਾਇਆ, ਸਾਨੂੰ ਨਹੀਂ ਪਤਾ ਹਾਲਤ ਕਿਹੋ ਜਿਹੇ ਹੋਣਗੇ। ਹਾਂਜੀ। ਜਿਹੜੀਆਂ ਵੀ ਸਿਹਤ ਸੰਬੰਧੀ ਮਾਹਰਾਂ ਵੱਲੋਂ ਸਾਨੂੰ ਨਿਰਦੇਸ਼ ਜਾਂ ਸਲਾਹ ਦਿੱਤੀ ਜਾਊਗੀ, ਜੀ। ਉਹਨਾਂ ਦੀ ਅਸੀਂ ਪਾਲਣਾ ਕਰਦੇ ਆਏ ਆ, ਜੀ। ਪਾਲਣਾ ਕਰਦੇ ਰਵਾਂਗੇ। ਜੀ। ਸਾਡਾ ਕੰਮ ਹੈਗਾ ਕਿ ਸਰਕਾਰ ਦਾ, ਜਿਵੇਂ ਸਾਡੇ ਪ੍ਰੀਮੀਅਰ ਸਾਹਿਬ ਕਹਿੰਦੇ ਹੁੰਦੇ ਨੇ, ਹਾਂਜੀ। ਵੀ ਜਿਹੜੀ ਸਾਇੰਟੀਫਿਕ ਜਾਂ ਇੰਟੈਲੈਕਚੁਅਲ ਜਾਂ ਅਸੀਂ ਜਿਹੜੀ ਮੈਡੀਕਲ ਹੈਲਪ ਲੈਂਦੇ ਆ ਉਹਨਾਂ ਤੋਂ, ਜੀ। ਜੇ ਉਹਨਾਂ ਤੋਂ ਹੁਣ 10 ਮਹੀਨਿਆਂ ਤੋਂ ਲੈ ਰਹੇ ਆ, ਹੁਣ ਛੱਡ ਨਹੀਂ ਸਕਦੇ। ਨਹੀਂ ਛੱਡ ਸਕਦੇ ਜੀ। ਜਿੰਨਾ ਜਿਹੜੀ ਇਹ 10 ਮਹੀਨੇ ਦੀ ਸਾਡੀ ਇਨਵੈਸਟਮੈਂਟ ਆ ਸਾਰੇ ਅਲਬਰਟਾ ਨਿਵਾਸੀਆਂ ਦੀ, ਹਾਂਜੀ, ਹਾਂਜੀ। ਆਪਣੀ ਲਾਈਫ ਨੂੰ, ਲਾਈਫ ਸਟਾਈਲ ਨੂੰ ਚੇਂਜ ਕਰ ਲੈਣਾ, ਜੀ। ਇੱਕ ਤਰ੍ਹਾਂ ਦੀ ਇਨਵੈਸਟਮੈਂਟ ਆ। ਜੀ। ਟਾਈਮ ਥੋੜਾ ਰਹਿ ਚੁੱਕਿਆ ਜੀ। ਤੇ ਅਸੀਂ ਉਸ ਨੂੰ ਖਤਰੇ ਵਿੱਚ ਨਹੀਂ ਪਾਵਾਂਗੇ। ਠੀਕ ਆ ਭਾਜੀ। ਇੱਕ ਹੋਰ ਸਵਾਲ ਕਮਿਊਨਿਟੀ ਦੇ ਵਿੱਚ ਜਿਹੜਾ ਖਾਸ ਕਰਕੇ ਇਸ ਲਈ ਹੈਗਾ ਵੀ ਹਸਪੀਟਲ ਜਿਹੜੇ ਮੇਨ ਆ, ਇੱਕ ਦੋ ਹੀ ਆ, ਉਹ ਵੀ ਮੇਨ ਵਿੱਚ ਸ਼ਹਿਰ ਦੇ ਆ। ਕਈ ਵਾਰੀ ਐਮਰਜੈਂਸੀ ਇੰਨੀ ਕੁ ਆ ਜਾਂਦੀ ਆ ਵੀ ਐਂਬੂਲੈਂਸ ਨੂੰ ਕਈ ਵਾਰੀ ਕੋਈ ਰਸਤਾ ਨਹੀਂ ਮਿਲਦਾ ਜਾਂ ਕੋਈ ਸਟਕ ਹੋ ਜਾਂਦੇ ਆ। ਇੱਕ ਪਲਾਨ ਸੀਗਾ ਪਿੱਛੇ ਸਰਕਾਰ ਦਾ, ਤੁਹਾਡੀ ਸਰਕਾਰ ਹੀ ਉਦੋਂ ਹੁੰਦੀ ਸੀ, ਯੂਸੀਪੀ ਦੀ, ਕੰਜ਼ਰਵੇਟਿਵ ਦੀ ਜਿਹਦਾ ਨਾ ਜੀ, ਉਦੋਂ ਮਨਮੀਤ ਸਿੰਘ ਭੁੱਲਰ ਸੀਗੇ ਉਦੋਂ ਮਿਨਿਸਟਰ। ਉਦੋਂ ਕਹਿੰਦੇ ਸੀ ਵੀ ਇੱਕ ਅਸੀਂ ਹਸਪੀਟਲ ਦੀ ਜਗ੍ਹਾ ਦੇਖ ਰਹੇ ਆ ਕਿਤੇ ਬਾਹਰਲੀ ਸਾਈਡ ਤੇ। ਕੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਪਲਾਨ ਵੀ ਕੋਈ ਨਵਾਂ ਇੱਕ ਹੋਰ ਹਸਪੀਟਲ ਕੈਲਗਰੀ ਦੇ ਵਿੱਚ ਬਣਾਉਣ ਬਾਰੇ? ਦੇਖੋ ਜਿਹੜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਮੈਂ ਕਈ ਵਾਰੀ ਸੋਚਿਆ, ਜਿਵੇਂ ਜਿਹੜੇ ਹਿਸਾਬ ਨਾਲ ਨਾਰਥ ਈਸਟ ਹਾਂਜੀ। ਵੱਧ ਰਿਹਾ, ਜੀ। ਖਾਸ ਕਰਕੇ ਨਾਰਥ ਐਂਡ ਵੱਲ ਨੂੰ, ਜੀ। ਵੀ ਜਿਹੜੀ ਪੋਪੂਲੇਸ਼ਨ ਗਰੋਥ ਆ, ਜੀ। ਤੇ ਸਾਡੇ ਛੋਟੇ ਛੋਟੇ ਮੈਡੀਕਲ ਕਲੀਨਿਕ ਜ਼ਰੂਰ ਬਣ ਰਹੇ ਨੇ, ਜੀ। ਪਰ ਸਾਨੂੰ ਕੋਈ 24 ਘੰਟੇ ਵਰਗੀ ਕੋਈ ਸੁਵਿਧਾ ਕੋਈ ਜਿਹੜੀ ਆ, ਮੇਨ ਜਿਹੜਾ ਹਾਂ, ਨਹੀਂਗਾ ਜਿੱਥੇ ਐਡਮਿਟ ਕਰ ਸਕਦੇ ਆ ਐਮਰਜੈਂਸੀ ਅਸੀਂ ਲਈ। ਥੋੜਾ ਜਿਹਾ ਚਿਰ ਪਹਿਲਾਂ ਧਾਮੀ ਸਾਹਿਬ ਇੱਕ ਬਿੱਲ ਪਾਸ ਕੀਤਾ ਸੀ ਚਾਰਟਰ ਸਰਜੀਕਲ ਫੈਸਿਲਿਟੀਜ਼ ਦੇ ਲਈ। ਜੀ। ਉਹ ਕੋਵਿਡ-19 ਕਰਕੇ ਥੋੜਾ ਜਿਹਾ ਮਸਲਾ ਢਿੱਲਾ, ਪਰ ਉਹਦਾ ਕਨਸੈਪਟ ਬਹੁਤ ਵਧੀਆ। ਅੱਛਾ ਜੀ। ਕਨਸੈਪਟ ਇਹ ਆ ਕਿ ਵੀ ਜਿਹੜੀਆਂ ਚਾਰਟਰਡ ਸਰਜੀਕਲ ਫੈਸਿਲਿਟੀਜ਼ ਬਣਾਈਆਂ ਜਾਣ, ਜਿੱਥੇ ਸੇਵਾਵਾਂ ਸਰਜਰੀਜ਼ ਦੀਆਂ ਵੀ ਦਿੱਤੀਆਂ ਜਾਣ, ਜਾਂ ਇੱਕ ਤਰ੍ਹਾਂ PCN 24 ਘੰਟੇ ਦੇ ਕਲੀਨਿਕ ਬਣਾਏ ਜਾਣ, ਜੀ। ਜਿੱਥੇ ਸਾਡੇ ਅਲਬਰਟਾ ਨਿਵਾਸੀਆਂ ਨੂੰ ਇੱਕ ਕਨਵੀਨੀਅੰਸ ਹੋਵੇ ਜੀ। ਸਿਹਤ ਸੰਬੰਧੀ ਜਿਹੜੀਆਂ ਅਸੀਂ ਸੇਵਾਵਾਂ ਲੈਂਦੇ ਆ। ਜੀ। ਪੀਟਰ ਲਾਈਡ ਹਸਪੀਟਲ ਦੇ ਵਿੱਚ ਸਾਡੀ ਕਾਫੀ ਇਨਵੈਸਟਮੈਂਟ ਅਸੀਂ ਕੀਤੀ ਵੀ ਆ, ARP ਦੇ ਵਿੱਚ ਵੀ ਇਨਵੈਸਟਮੈਂਟ ਆਈ ਆ। ਇਹਨਾਂ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਅਸੀਂ ਸ਼ਾਵਲ ਰੈਡੀ ਬਣਾ ਕੇ ਸ਼ੁਰੂ ਵੀ ਕਰਵਾਇਆ। ਜੀ। ਬਹੁਤ ਵਧੀਆ ਹਸਪਤਾਲ ਆ, ਬਹੁਤ ਵਧੀਆ ਸੇਵਾਵਾਂ ਮਿਲਦੀਆਂ, ਪਰ ਕਿਤੇ ਨਾ ਕਿਤੇ ਬੋਝ ਪੈ ਰਿਹਾ। ਬਿਲਕੁਲ। ਤੇ ਉਮੀਦ ਹੈਗੀ ਹੈ ਤੇ ਸਾਡੇ ਦੂਜੇ ਵੀ ਨਾਰਥ ਈਸਟ ਦੇ MLA ਸਾਹਿਬਾਨਾਂ ਨੂੰ ਬੇਨਤੀ ਆ ਹਾਂਜੀ। ਕਿ ਜੇ ਅਸੀਂ ਇਸ ਨੂੰ ਥੋੜਾ ਜਿਹਾ
ਫੋਰਸ ਲੌਬੀ ਕਰੀਏ ਕਿ ਸਰਕਾਰ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਇਹੋ ਜਿਹਾ ਕੋਈ ਪ੍ਰੋਜੈਕਟ ਲੈ ਕੇ ਆਈਏ ਜਿਸ ਦੇ ਨਾਲ ਕੈਲਗਰੀ ਨਾਰਥ ਕਿਉਂਕਿ ਤੁਸੀਂ ਪੰਜਾਬੀ ਮੂਲ ਦੇ ਕਰਕੇ ਫਿਰ ਕਮਿਊਨਿਟੀ ਨੇ ਪੰਜਾਬੀ ਮੂਲ ਦੇ ਪੰਜਾਬੀ ਮੀਡੀਆ ਨੂੰ ਕਹਿਣਾ ਹੁੰਦਾ ਵੀ ਭਾਈ ਇਹ ਤੁਸੀਂ ਸਵਾਲ ਆਪਣੇ ਪੰਜਾਬੀ ਜਿਹੜੇ MLA ਸਾਹਿਬਾਨ ਆ ਉਹਨਾਂ ਨਾਲ ਗੱਲ ਕਰੋ ਵੀ ਅਲਬਰਟਾ ਦੇ ਵਿੱਚ ਖਾਸ ਕਰਕੇ ਜਿਹੜਾ ਕੈਲਗਰੀ ਆ ਵੀ ਉਹਦੇ ਵਿੱਚ ਇੱਕ ਹਸਪੀਟਲ ਦੀ ਜ਼ਰੂਰੀ ਮੰਗ ਆ ਕਿਉਂਕਿ ਕਮਿਊਨਿਟੀ ਵੱਧ ਰਹੀ ਆ ਨਾਰਥ ਈਸਟ ਦੇ ਵਿੱਚ ਪੰਜਾਬੀਆਂ ਦਾ ਗੜ ਆ। ਨਹੀਂ ਦੇਖੋ ਇਹ ਗੱਲ ਜਦੋਂ ਪੀਟਰ ਲਾਈਡ ਹਸਪੀਟਲ ਬਣਿਆ ਸੀ ਉਸ ਵੇਲੇ ਸਾਡਾ ਨਾਰਥ ਐਂਡ ਆਲਮੋਸਟ ਮਟਨਾਈਟ ਬੁਲੇਵਰਡ ਹੁੰਦੀ ਸੀ ਜਾਂ ਵੱਧ ਤੋਂ ਵੱਧ 64 ਐਵਨਿਊ ਕਹ ਲਓ 64 ਐਵਨਿਊ ਤੋਂ ਬਾਅਦ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਨੇ ਮਾਰਟਿਨਡੇਲ ਦੇ ਵਿੱਚ ਉਧਰ ਨੂੰ ਖੇਤ ਹੁੰਦੇ ਸੀ ਨਾਰਥ ਵੱਲ ਨੂੰ ਪਰ ਅੱਜ ਤੋਂ ਜੇ ਉੱਥੇ ਤੁਸੀਂ 5-7-8 ਕਿਲੋਮੀਟਰ ਕਾਰਨਰ ਸਟੋਨ ਤੱਕ ਆਲਮੋਸਟ ਸਟੋਨੀ ਤੱਕ ਵੀ ਨਾਰਥ ਚਲੇ ਜਾਓ ਤੇ ਘਰਾਂ ਦੀ ਸਾਰੀ ਹੋ ਰਹੀ ਆ ਤੇ ਅਲਬਰਟਾ ਦੇ ਵਿੱਚੋਂ ਸਭ ਤੋਂ ਵੱਧ ਹਾਈ ਡੈਂਸਿਟੀ ਤੇ ਸਭ ਤੋਂ ਵੱਧ ਜਿਹੜੇ ਘਰ ਕੰਸਟਰਕਸ਼ਨ ਹੋ ਰਹੀ ਆ ਇਸ ਏਰੀਆ ਦੇ ਵਿੱਚ ਹੋ ਰਹੀ ਆ। ਇੱਕ ਗੱਲ ਦੀ ਖੁਸ਼ੀ ਵੀ ਆ ਕਿ ਟੁੱਟੇ ਦੇ ਨਾਲ ਕੰਸਟਰਕਸ਼ਨ ਹੋਣ ਦੇ ਨਾਲ ਇਕਨੋਮੀ ਵੀ ਸਾਡੀ ਚੰਗੀ ਚੱਲ ਰਹੀ ਆ ਤੇ ਦੂਜੇ ਪਾਸੇ ਜਿਹੜੀਆਂ ਮੁੱਢਲੀਆਂ ਸੇਵਾਵਾਂ ਹੁੰਦੀਆਂ ਨੇ ਸਕੂਲ ਬਣਾਉਣੇ ਜਿਵੇਂ ਹੁਣ ਕਮੈਂਟਰੀ ਹਿਲਸ ਦੇ ਵਿੱਚ ਨਵਾਂ ਹਾਈ ਸਕੂਲ ਆ ਰਿਹਾ ਤੇ ਦੂਜੇ ਪਾਸੇ ਬੱਚਿਆਂ ਦੇ ਸਕੂਲ ਬਣਾਉਣੇ ਤੇ ਪਾਰਕ ਬਣਾਉਣੇ ਉਹਨਾਂ ਲਈ ਪਲੇਗਰਾਉਂਡ ਬਣਾਉਣੇ ਇੱਕ ਜਿਹੜਾ ਕਮਿਊਨਿਟੀ ਲੈਵਲ ਦੀਆਂ ਜਿਹੜੀਆਂ ਸੇਵਾਵਾਂ ਹਸਪਤਾਲ ਹੋ ਗਏ ਉਹ ਵੀ ਸਾਨੂੰ ਨਾਲ ਉਹੀ ਸਟੈਂਡਰਡ ਨੂੰ ਰੱਖਣਾ ਪਊਗਾ ਤੇ ਜ਼ਰੂਰ ਇਹ ਜਦੋਂ ARP ਦੇ ਵਿੱਚੋਂ ਪ੍ਰੋਜੈਕਟ ਕੋਈ ਹੈ ਜੀ ਕੋਈ ਨਿਕਲਦਾ ਤੇ ਮੈਂ ਸਾਡੇ ਨਾਰਥ ਈਸਟ ਦੇ ਨਿਵਾਸੀਆਂ ਨੂੰ ਵੀ ਕਹਿਣਾ ਕਿ ਉਹਨਾਂ ਦੇ ਵਿੱਚ ਕੋਈ ਸਲਾਹ ਮਸ਼ਵਰਾ ਹੋਵੇ ਜ਼ਰੂਰ ਦਿਆ ਕਰੋ ਵੀ ਇਸ ਜਗ੍ਹਾ ਤੇ ਇਹ ਪ੍ਰੋਜੈਕਟ ਬਣ ਸਕਦਾ ਉਹ ਪ੍ਰੋਜੈਕਟ ਨੂੰ ਲਿਜਾ ਕੇ ਅਸੀਂ ਬਿਊਰੋਕ੍ਰੇਸੀ ਕੋਲੇ ਲਿਜਾ ਕੇ ਉਹਨਾਂ ਦੇ ਸਪੈਸ਼ਲਿਸਟ ਤੋਂ ਲਿਜਾ ਕੇ ਜੇ ਗੱਲ ਬਣਦੀ ਹੋਵੇ ਤਾਂ ਕਿਉਂ ਨਹੀਂ ਬਣਾਉਣੀ ਵੀ ਚਾਹੀਦੀ ਆ ਇਹੀ ਮੇਰਾ ਕੰਮ ਆ। ਠੀਕ ਆ ਭਾਜੀ ਇੱਕ ਨਾ ਹੋਰ ਬਜ਼ੁਰਗਾਂ ਦਾ ਸਵਾਲ ਆ ਜੀ 80 ਐਵਨਿਊ ਦੇ ਉੱਤੇ ਜਿਹੜਾ ਪਾਰਕ ਆ ਨਾ ਉੱਥੇ ਬਜ਼ੁਰਗ ਬਹਿੰਦੇ ਬੈਂਚ ਤੇ ਉਹ ਬੜੇ ਚਿਰ ਦੀ ਡਿਮਾਂਡ ਆ ਵੀ ਜੇ ਇੱਥੇ ਕੋਈ ਸਾਡੇ ਵਾਸਤੇ ਗਵਰਨਮੈਂਟ ਦੇ ਤੌਰ ਤੇ ਕੋਈ ਗ੍ਰਾਂਟ ਮਿਲਦੀ ਹੋਵੇ ਕਿਉਂਕਿ ਕਬੇ ਲੇਕ ਵੀ ਆ ਨਾਲ ਹੈ ਨਾ ਜੀ ਵੀ ਕੋਈ ਤੁਹਾਡੇ ਅੰਡਰ ਹੁੰਦਾ ਆ ਕੋਈ ਪਾਲਿਸੀ ਹੁੰਦੀ ਆ ਤੇ ਉੱਥੇ ਕੁਛ ਨਾ ਕੁਛ ਸ਼ੈੱਡ ਵਗੈਰਾ ਬਣਾਉਣੀ ਚਾਹੁੰਦੇ ਆ ਕੀ ਆਪਾਂ ਉਹਦੇ ਵਿੱਚ ਕੋਈ ਹੈਲਪ ਕਰ ਸਕਦੇ ਉਹਨਾਂ ਦੀ? ਬਿਲਕੁਲ ਮੈਂ ਉਹਨਾਂ ਬਜ਼ੁਰਗਾਂ ਨੂੰ 80 ਐਵਨਿਊ ਦੇ ਜਿਹੜੇ ਸਰਕਲ ਦੀ ਗੱਲ ਕੀਤੀ ਆ ਉੱਥੇ ਜਾਂ ਕੋਰਲ ਸਪ੍ਰਿੰਗ ਪਾਰਕ ਤੇ ਗੱਲ ਕੀਤੀ ਆ ਜਾਂ ਜਿਹੜਾ ਆਪਣੇ ਮਨਮੀਤ ਸਿੰਘ ਭੁੱਲਰ ਪਾਰਕ ਦੇ ਵਿੱਚ ਆ ਉੱਥੇ ਵੀ ਸ਼ੈੱਡ ਨਹੀਂ ਮੇਰੀ ਦਿਲੀ ਚਾਹਤ ਆ ਕਿ ਉੱਥੇ ਸ਼ੈੱਡ ਬਣੇ ਜੇ ਮੇਰੇ ਹੱਥ ਦੇ ਵਿੱਚ ਹੋਵੇ ਮੈਂ ਕੱਲ ਨੂੰ ਜਾ ਕੇ ਆਪ ਦੇ ਤੌਰ ਤੇ ਉੱਥੇ ਸ਼ੈੱਡ ਲਵਾ ਦੇਵਾਂ 80 ਐਵਨਿਊ ਤੇ ਕੋਰਲ ਸਪ੍ਰਿੰਗ ਤੋਂ ਬਾਅਦ ਮੈਂ ਜਿਹੜੀ ਕੈਲਗਰੀ ਪਾਰਕਸ ਦੀ ਸਾਡੇ CEO ਨੇ ਸ਼ੀਲਾ ਟੇਲਰ ਜੀ ਉਹਨਾਂ ਨਾਲ ਗੱਲ ਕੀਤੀ ਸੀ ਮੀਟਿੰਗ ਵੀ ਕੀਤੀ ਸੀ ਉਹਨਾਂ ਨੂੰ ਮੈਂ ਦੱਸਿਆ ਸੀ ਕਿ ਸਾਨੂੰ ਉੱਥੇ ਪਾਰਕ ਬਣਾਉਣੇ ਚਾਹੀਦੇ ਨੇ ਇੱਕ ਬਜ਼ੁਰਗਾਂ ਨੂੰ ਮੁੱਢਲੀਆਂ ਸਹਾਇਤਾ ਦੇਣੀਆਂ ਚਾਹੀਦੀਆਂ ਨੇ। ਹੁਣ ਜਿਹੜੀ ਡਿਵੈਲਪਮੈਂਟ ਆ ਜਾਂ ਜਿਹੜੀ ਜ਼ੋਨਿੰਗ ਆ ਉਹ ਮਿਊਨਿਸਪਲ ਗਵਰਨਮੈਂਟ ਦੇ ਥੱਲੇ ਆਉਂਦੀ ਆ ਠੀਕ ਹੈ ਜੀ ਉਸ ਨੂੰ ਮੈਂ ਰੈੱਡ ਟੇਪ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ ਨਾ ਅਸੀਂ ਸਿਟੀ ਤੋਂ ਪੈਸੇ ਮੰਗਦੇ ਆ ਅਸੀਂ ਉਹਨਾਂ ਨੂੰ ਸਿਰਫ ਜਿਹੜੀ ਮੈਂ ਉਹਨਾਂ ਤੋਂ ਪ੍ਰਪੋਜ਼ਲ ਦਿੱਤੀ ਸੀ ਵੀ ਤੁਸੀਂ ਸ਼ੈੱਡ ਲਵਾ ਦਿਓ ਜਿੰਨੇ ਦਾ ਉਹਨਾਂ ਨੇ ਬਜਟ ਦਿੱਤਾ ਉਹਨੇ ਦਾ ਆਲਮੋਸਟ ਘਰ ਬਣ ਜਾਂਦਾ ਸੋ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਘਰ ਨਹੀਂ ਬਣਾਉਣਾ ਸਿਰਫ ਸ਼ੈੱਡ ਬਣਾਉਣਾ ਤੁਸੀਂ ਸਾਨੂੰ ਇਜਾਜ਼ਤ ਦੇ ਦਿਓ ਅਸੀਂ ਬਣਾ ਦਾਂਗੇ ਗਰਮੀਆਂ 'ਚ ਬਣਾ ਆਪਣੇ ਪ੍ਰੋਵਿੰਸ਼ੀਅਲ ਤੌਰ ਤੇ ਹੈ ਜੀ ਪ੍ਰੋਵਿੰਸ਼ੀਅਲ ਤੌਰ ਤੇ ਜਾਂ ਮੈਂ ਆਪਣੇ ਬਿਜ਼ਨਸ ਵੀਰਾਂ ਤੋਂ ਜਾ ਕੇ ਫੰਡ ਰੇਜ਼ ਕਮਿਊਨਿਟੀ ਰੇਜ਼ ਤੇ ਫੰਡ ਰੇਜ਼ ਕਰਕੇ ਸ਼ੈੱਡ ਬਣਾ ਦਾਂਗੇ। ਕਿੰਨਾ ਅੰਦਾਜ਼ਾ ਆ ਉਹਦਾ ਆਪਣਾ ਕੋਈ ਬੜਾ ਅੰਦਾਜ਼ਾ ਨਹੀਂ ਪਰ ਜੇ ਅਸੀਂ ਉਹਨਾਂ ਤੋਂ ਪਾਰਟਸ ਵਾਲਿਆਂ ਤੋਂ ਦੱਸਿਆ ਸੀ ਤਾਂ ਉਹਨਾਂ ਨੇ ਮੈਨੂੰ ਜਿਹੜਾ ਉਸ ਦਾ ਦਿੱਤਾ ਸੀ ਮੈਂ ਗੱਲ ਲਾ ਕੇ ਤਾਂ ਨਹੀਂ ਕਹਿ ਰਿਹਾ ਉਹਨਾਂ ਨੇ $75,000 ਦਾ ਇੱਕ ਸ਼ੈੱਡ ਦਾ ਖਰਚਾ ਦੱਸਿਆ ਸੀ ਜਿਹੜਾ ਕਿ ਜੇ ਅਸੀਂ ਕੰਸਟਰਕਸ਼ਨ ਵਾਲੇ ਵੀਰਾਂ ਨੂੰ ਕਹੀਏ ਤਾਂ ਉਹ ਕਹਿੰਦੇ ਕੋਈ ਵੱਡੀ ਗੱਲ ਨਹੀਂ ਅਸੀਂ ਬਣਾ ਦਾਂਗੇ ਥੋੜੇ ਜਿਹੇ ਪੈਸੇ ਦੀ ਗੱਲ ਨਹੀਂ ਹੈਗੀ ਪੈਸੇ ਜਦੋਂ ਦੇਖੋ ਸਾਡੇ ਬਜ਼ੁਰਗਾਂ ਦੀ ਜਦੋਂ ਗੱਲ ਆਉਂਦੀ ਆ ਜਦੋਂ ਮੈਂ ਜਾ ਕੇ ਜੇ ਇਸ ਲਈ ਪੈਸੇ ਕਮਿਊਨਿਟੀ ਲੈਵਲ ਤੇ ਵੀ ਰੇਜ਼ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆਊਗੀ ਅਸੀਂ ਆਪਣੇ ਬਜ਼ੁਰਗਾਂ ਨੂੰ ਇੰਨਾ ਪਿਆਰ ਕਰਦੇ ਆ ਪਰ ਇੱਕ ਰੈੱਡ ਟੇਪ ਜਿਹੜੀ ਜ਼ੋਨਿੰਗ ਦੇ ਵਿੱਚ ਆ ਪਰ ਕੋਵਿਡ ਕਰਕੇ ਥੋੜੇ ਜਿਹਾ ਸਲੋ ਡਾਊਨ ਹੋ ਗਿਆ ਇੱਕ ਮੌਸਮ ਕਰਕੇ ਪਰ ਆਉਂਦੀਆਂ ਗਰਮੀਆਂ ਦੇ ਵਿੱਚੋਂ ਇਹ ਮੁੱਦਾ ਮੈਂ ਫੇਰ ਉਠਾਊਂਗਾ। ਮੇਰੀ ਕੋਸ਼ਿਸ਼ ਇਹੀ ਹੋਊਗੀ ਕਿ ਜੇ ਕਿਸੇ ਸਾਡੇ ਮਿਊਨਿਸਪਲ ਪੋਲੀਟੀਸ਼ੀਅਨ ਦੀ ਸਾਨੂੰ ਲੋੜ ਹੋਈ ਉਹ ਵੀ ਲਵਾਂਗੇ ਦੂਜੇ ਪਾਸੇ ਜੇ ਬਿਊਰੋਕ੍ਰੇਸੀ ਦੇ ਵਿੱਚ ਜਿਹੜੇ ਸਾਡੇ ਆਫਿਸ ਨੇ ਜਿਹੜੇ ਕੰਮ ਕਰਨੇ ਨੇ ਕਿ ਇਸ ਨੂੰ ਫੈਸਿਲਿਟੇਟ ਕਿਵੇਂ ਕੀਤਾ ਜਾਵੇ। ਦੂਜੀ ਗੱਲ ਇਹ ਆ ਵੀ ਸਿਟੀ ਨੂੰ ਫੰਡਿੰਗ ਦੀ ਪ੍ਰੋਬਲਮ ਜ਼ਰੂਰ ਆਉਂਦੀ ਹੁੰਦੀ ਆ ਜਵਾਬ ਦੇਣ ਲਈ ਸਾਡੇ ਕੋਲ ਫੰਡਿੰਗ ਨਹੀਂ ਹੈਗੀ ਫੰਡਿੰਗ ਸਾਡੀ ਕਮਿਊਨਿਟੀ ਇਸ ਲਈ ਡੋਨੇਟ ਵੀ ਕਰ ਸਕਦੀ ਆ ਜੇ ਕੋਈ ਪ੍ਰੋਵਿੰਸ਼ੀਅਲ ਫੰਡਿੰਗ ਹੋਈ ਤਾਂ ਮੈਂ ਉਹ ਵੀ ਅਰੇਂਜ ਜ਼ਰੂਰ ਕਰਵਾ ਸਕਦਾ ਸੋ ਵੀ ਵਿਲ ਸੀ ਇਟ ਪਰ ਇਹਨੂੰ ਸ਼ਾਵਲ ਰੈਡੀ ਪ੍ਰੋਜੈਕਟ ਜ਼ਰੂਰ ਬਣਾਵਾਂਗੇ। ਜ਼ਰੂਰੀ ਗਾ ਕਿਉਂਕਿ ਉਹ ਬੈਂਚ ਲੱਗੇ ਆ ਚੇਅਰਾਂ ਹੈਗੀਆਂ ਕਈ ਵਾਰੀ ਵੈਦਰ ਇੰਨਾ ਕਿ ਇੱਕਦਮ ਖਰਾਬ ਹੋ ਜਾਂਦਾ ਵੀ ਘਰਾਂ ਦੀ ਜਾਣਾ ਵੀ ਔਖਾ ਹੋ ਜਾਂਦਾ ਬਜ਼ੁਰਗਾਂ ਨੂੰ ਉਹਨਾਂ ਨੂੰ ਇਹ ਆ ਵੀ ਕਮ ਸੇ ਕਮ ਜਿੰਨਾ ਚਿਰ ਮੌਸਮ ਠੀਕ ਨਹੀਂ ਅਸੀਂ ਉਹਨਾਂ ਚਿਰ ਅੰਦਰ ਤਾਂ ਬੈਠ ਸਕਾਂਗੇ। ਧਾਮੀ ਸਾਹਿਬ ਮੈਂ ਜਦੋਂ ਇਹ ਮੀਟਿੰਗ ਕੀਤੀ ਸੀ CEO ਦੇ ਨਾਲ ਮੈਂ ਉਹਨਾਂ ਨੂੰ ਦੱਸਿਆ ਸੀ
ਮੈਂ ਕਿਹਾ ਵੀ ਸਾਡੇ ਬਜ਼ੁਰਗਾਂ ਨੂੰ ਹਾਂਜੀ। ਬਾਹਰ ਆ ਕੇ ਉੱਪਰ ਵੈਦਰ ਵੱਲ ਦੇਖਣਾ ਪੈਂਦਾ ਵੀ ਜਾਈਏ ਕਿ ਨਾ ਨਾ ਜਾਈਏ ਬਿਲਕੁਲ। ਮੈਂ ਕਿਹਾ ਸਨੋ ਦੀ ਗੱਲ ਤਾਂ ਬਣਦੀ ਆ ਹਾਂਜੀ। ਵੀ ਜੇ ਮੀਂਹ ਪੈਣ ਲੱਗ ਗਿਆ, ਤੁਸੀਂ ਵੀ ਜਾਣਦੇ ਹੋ ਇੱਕ ਵਾਰੀ ਇੱਕ ਮੇਲੇ ਦੇ ਵਿੱਚ ਜਦੋਂ ਗੜੇ ਪਏ ਸੀ, ਹਾਂਜੀ ਹਾਂਜੀ ਵੀ ਬਿਲਕੁਲ ਜੀ। ਉਹੋ ਜਿਹੀਆਂ ਹਾਲਤਾਂ ਅਸੀਂ ਨਹੀਂ ਚਾਹੁੰਦੇ ਸਾਡੇ ਬਜ਼ੁਰਗਾਂ ਲਈ ਕਦੇ ਹਾਂ, ਉੱਥੇ ਔਖਾ ਆ ਜੀ, ਹਾਂਜੀ। ਮੌਸਮ ਚੇਂਜ ਹੁੰਦਾ, ਗੜੇ ਹਾਂ। ਹੁਣ ਵੀ ਨਾਰਥ ਈਸਟ ਪਏ ਨੇ, ਬਿਲਕੁਲ ਸੋ ਇਹ ਇੱਕ ਮੁੱਢਲੀ ਜੀ ਮੰਡ ਆ, ਯਾਨੀ ਕੋਈ ਬਹੁਤ ਵੱਡੀ ਮੰਡ ਨਹੀਂ ਹਾਂਜੀ, ਹੈਗੀ। ਹਾਂਜੀ, ਤੇ ਹਾਂਜੀ। ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਰਲ ਕੇ ਜੀ। ਮਿਊਨਿਸਪਲ ਜਿੰਨੇ ਸਾਡੇ ਵੀਰ ਭੈਣ ਜਿੰਨੇ ਵੀ ਹੈਗੇ ਨੇ, ਉਹਨਾਂ ਦੀ ਮਦਦ ਲੈ ਕੇ ਜੀ। ਅਸੀਂ ਇਹਨਾਂ ਨੂੰ, ਮੇਰਾ ਖਿਆਲ ਆ, ਸਮਰ ਦੇ ਵਿੱਚ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਹੁਤ ਵਧੀਆ ਜੀ। ਹੁਣ ਆਪਾਂ ਚੱਲਦੇ ਹਾਂ ਜੀ ਥੋੜੀ ਜਿਹਾ ਪੰਜਾਬ ਦੀ ਸਿਆਸਤ ਵੱਲ ਨੂੰ, ਹੈ ਨਾ, ਜਿੱਦਾਂ ਹੁਣ ਉੱਥੇ ਕਿਸਾਨੀ ਅੰਦੋਲਨ ਚੱਲ ਰਿਹਾ। ਪਿੱਛੇ ਫੈਡਰਲ ਸਰਕਾਰ ਵੱਲੋਂ ਵੀ ਇੱਕ ਗੱਲ ਮੈਸੇਜ ਗਿਆ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਵਿਰੁੱਧ ਵੀ ਉੱਥੇ ਦੀ ਕੁਝ ਮਿਨਿਸਟਰਾਂ ਨੇ ਕਿਹਾ ਵੀ ਇਹਨੇ ਦਖਲਅੰਦਾਜ਼ੀ ਨਾ ਦੇਣ। ਤੁਸੀਂ ਵੀ ਆਪਣੇ ਤੌਰ ਤੇ ਇੱਥੇ ਜਿਹੜੀ ਆਪਣੀ ਅਲਬਰਟਾ ਦੀ ਸਰਕਾਰ ਆ ਉਹਦੇ ਤੌਰ ਤੇ ਕੁਝ ਉੱਥੇ ਅਪਰੋਚ ਕਰ ਰਹੇ, ਕੁਝ ਲਿਖ ਕੇ ਭੇਜ ਰਹੇ ਤੁਸੀਂ ਵੀ ਕਿਸਾਨਾਂ ਦੀ ਹਮਾਇਤ ਵਾਸਤੇ? ਦੇਖੋ ਤਾਮੀ ਸਾਹਿਬ, ਜਦੋਂ ਇਹ ਹਾਲਾਂਕਿ ਮੈਂ ਇਹ ਨਿਊਜ਼ ਨੂੰ ਬਹੁਤ ਫੋਲੋ ਕਰਦਾ, 2-3 ਹਾਂਜੀ। ਮਹੀਨਿਆਂ ਤੋਂ ਫੋਲੋ ਕਰ ਰਿਹਾ ਜੀ। ਕਿ ਜਦੋਂ ਤੋਂ ਦਿੱਲੀ ਵੱਲ ਨੂੰ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਜੀ। ਕਿਉਂਕਿ ਸੱਚੀ ਗੱਲ ਆ ਕਿ ਮੈਂ ਕਿਸਾਨ ਦਾ, ਜੱਟਾਂ ਦਾ ਮੁੰਡਾ, ਬਿਲਕੁਲ ਜੀ। ਜਿਹੜੀਆਂ ਭਰੀਆਂ ਸਿਰਾਂ ਤੇ ਚੱਕ ਕੇ ਮੂੰਹ ਨਾਲ ਪੰਡਾਂ ਖੋਲਦੇ ਸੀ, ਹਾਂ। ਉਹ ਘਰਾਂ ਚੋਂ ਮੇਰਾ ਉੱਥੇ ਦਾ ਜਨਮ ਹੋਇਆ। ਬਿਲਕੁਲ। ਸੋ ਮੇਰਾ ਇਹ ਕੋਈ ਪ੍ਰੋਫੈਸ਼ਨ ਦੀ ਗੱਲ ਨਹੀਂ ਕਰਦੇ, ਹਾਂਜੀ, ਅਸੀਂ ਇੱਕ ਵਿਰਸੇ ਦੀ ਗੱਲ ਕਰਦੇ ਵਿਰਸਾ ਹਾਂ ਹੀ ਹੈ ਜੀ। ਤੇ ਸਾਡਾ ਕਲਚਰ ਆ ਉਹ, ਜੀ। ਤੇ ਜੇ ਉਹੀ ਨਹੀਂ ਰਿਹਾ ਤਾਂ ਅਸੀਂ ਕੀ ਖੱਟਿਆ ਕੁਛ ਵੀ ਜ਼ਿੰਦਗੀ ਨਹੀਂ ਚੋਂ। ਖੱਟਿਆ ਜੀ। ਸੋ ਇਹ ਖਬਰਾਂ ਹੁੰਦੀਆਂ ਸਨ ਜਦੋਂ 26 ਤਰੀਕ ਦੀ ਗੱਲ ਆ, ਤੇ ਜਦੋਂ 26 ਨਵੰਬਰ ਨੂੰ ਕਿਸਾਨ ਉਧਰ ਚੱਲੇ ਸਨ, ਹਾਂਜੀ ਤਾਂ ਮੈਂ ਉਦੋਂ ਇੱਕ ਨਾ ਕਿਸਾਨ ਦਿਵਸ ਮਨਾਇਆ ਜਾਂਦਾ ਹਾਂਜੀ, ਹਾਂਜੀ। ਇੰਡੀਆ ਦੇ ਵਿੱਚ, ਜੀ, ਹੈ ਨਾ, ਜੀ, ਜੀ। ਤੇ ਮੈਂ ਸੋਚ ਰਿਹਾ ਸੀ ਕਿ ਤੁਸੀਂ ਨੈਸ਼ਨਲ ਕਨਸਟੀਟਿਊਸ਼ਨ ਡੇ ਐਕਚੁਅਲੀ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਬਣਿਆ ਜੀ, ਸੀ, ਜੀ। ਪਰ ਜਦੋਂ ਪ੍ਰਪੋਜ਼ ਕੀਤਾ ਸੀ ਉਹ 26 ਨਵੰਬਰ 26 ਨਵੰਬਰ ਸੀਗਾ ਵੀ ਹਾਂ, ਉਹਦੇ ਜਾਨੀ ਜਨਵਰੀ ਤੱਕ ਉਹ 2 ਮਹੀਨਿਆਂ ਚ ਅਪਰੂਵ ਹੋਇਆ ਸੀ। ਹਾਂਜੀ ਹਾਂਜੀ ਮੈਂ ਕਿਹਾ ਜਿੱਦਣ ਉਹ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਗਿਆ ਸੀ, ਜੀ ਹਾਂ। ਉਹੀ ਕਨਸਟੀਟਿਊਸ਼ਨ ਵਾਲੇ ਦਿਨ ਤੇ ਤੁਸੀਂ ਉਹਨਾਂ ਦੇ ਗੈਸ ਦੇ ਗੋਲੇ ਛੱਡ ਰਹੇ ਹੋ, ਹਾਂ। ਪਾਣੀ ਦੀਆਂ ਪਾਣੀ ਦੀਆਂ ਵਿਛਾੜਾਂ ਮਾਰ ਰਹੇ ਹੋ, ਮਾਰ ਰਹੇ ਹੋ। 90 ਸਾਲਾਂ ਦੇ ਬਜ਼ੁਰਗਾਂ ਤੇ ਜ਼ੁਲਮ ਕਰ ਰਹੇ ਹੋ, ਬਿਲਕੁਲ। ਛੋਟੇ ਛੋਟੇ ਬੱਚੇ ਨੇ, ਉਹ ਕੁਝ ਨਹੀਂ ਮੰਨ ਰਹੇ, ਉਹ ਆਪਦਾ ਇੱਕ ਡੈਮੋਕ੍ਰੈਟਿਕ ਰਾਈਟ ਟੂ ਪ੍ਰੋਟੈਸਟ ਮੰਨ ਰਹੇ ਬਿਲਕੁਲ ਨੇ। ਜੀ ਬਿਲਕੁਲ। ਸੋ ਕਾਫੀ ਇਮੋਸ਼ਨਲ ਸਥਿਤੀ ਸੀਗੀ। ਸੋ ਉਸ ਤੋਂ ਬਾਅਦ ਮੈਨੂੰ ਤਰੀਕ ਤਾਂ ਨਹੀਂ ਯਾਦ, ਪਰ ਮੈਨੂੰ ਲੈਜਿਸਲੇਚਰ ਦੇ ਵਿੱਚ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ, ਹਾਂਜੀ। ਤਾਂ ਮੈਨੂੰ ਜਦੋਂ ਮੈਨੂੰ ਉਹਨਾਂ ਦੀ ਸਟੇਟਮੈਂਟ ਦਿੱਤੀ, ਤਾਂ ਸਟੇਟਮੈਂਟ ਦੇ ਵਿੱਚ ਮੈਂ ਇਸ ਗੱਲ ਦੀ ਜ਼ਰੂਰ ਕੀਤੀ ਸੀ ਜੀ। ਕਿ ਜੋ ਕੁਝ ਉੱਥੋਂ ਦੀਆਂ ਮੌਜੂਦਾ ਸਰਕਾਰਾਂ, ਜੀ। ਚਾਹੇ ਰਾਜ ਲੈਵਲ ਦੀਆਂ, ਜੋ ਕਰਨਗੀਆਂ, ਜੀ। ਜਿਹੜੀ ਉਹਨਾਂ ਨੇ ਜਿਹੜਾ ਵੀ ਕੁਝ ਵਰਤਾਓ ਉਹਨਾਂ ਨਾਲ ਕੀਤਾ, ਹਾਂਜੀ। ਉਹ ਕਾਫੀ ਨਿੰਦਣਯੋਗ ਆ। ਜੀ। ਉਹਨੂੰ ਸਾਨੂੰ ਵਰਲਡ ਲੈਵਲ ਤੇ ਨਿਖੇਧੀ ਕਰਨੀ ਚਾਹੀਦੀ ਆ, ਬਿਲਕੁਲ। ਤੇ ਇੱਕ ਸ਼ੇਮਫੁਲ ਐਕਟ ਆ ਇਹ। ਜੀ ਉਸ ਤੋਂ ਬਾਅਦ ਧੰਨਵਾਦ ਕਰਨਾ ਚਾਹੂੰਗਾ ਸਾਡੇ ਇੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜੀ। ਜਸਟਿਨ ਟਰੂਡੋ ਦਾ, ਹਾਂਜੀ। ਸਾਰੀਆਂ ਆਪੋਜੀਸ਼ਨ ਪਾਰਟੀਆਂ, ਸਾਡੀ ਸੀਟੀਸੀ ਪਾਰਟੀ ਦੇ ਐਰਨ ਓਟੂਲ ਜੀ, ਜੀ, ਜੀ। ਜਾਂ ਐਨਡੀਪੀ ਦੇ ਜਗਮੀਤ ਸਿੰਘ ਜੀ, ਜੀ। ਉਹਨਾਂ ਨੇ ਵੀ ਇਸ ਪ੍ਰੋਟੈਸਟ ਦੇ ਹੱਕ ਵਿੱਚ ਆਵਾਜ਼ ਆਵਾਜ਼ ਉਠਾਈ। ਉਠਾਈ ਹੈ ਤਾਮੀ ਸਾਹਿਬ, ਗੱਲ ਇਹ ਨਹੀਂ ਹੈਗੀ, ਜੀ ਇੱਥੇ ਲੋਕੀ ਥੋੜੇ ਜਿਹੇ ਸਾਡੇ, ਮੈਨੂੰ ਇਹ ਕਹਿਣ ਦੇ ਵਿੱਚ ਵੀ ਕੋਈ ਸ਼ਰਮ ਨਹੀਂ, ਇੱਥੇ 2 ਰੈਲੀਆਂ ਹੋਈਆਂ ਨੇ। ਜੀ। ਜਦੋਂ ਪਹਿਲੀ ਰੈਲੀ ਹੈ, ਮੈਂ ਰੈਲੀ ਦੇ ਵਿੱਚ ਖੁਦ ਆਪਦੇ ਪਰਿਵਾਰ ਦੇ ਨਾਲ ਜੀ। ਸਾਈਨ ਲਾ ਕੇ ਪਰਫਾਰਮੈਂਸ ਦੀ ਪ੍ਰੋਟੈਸਟ ਲਈ ਗਿਆ ਹਾਂ। ਜੀ ਜੀ ਦੂਜੇ ਪਾਸੇ ਜਦੋਂ ਸਾਡੇ ਕੁਲੀਗ ਨੇ ਜਦੋਂ ਸਟੇਟਮੈਂਟ ਦਿੱਤੀ ਸੀ, ਉਸ ਦਾ ਵੀ ਕੋਈ ਰੌਲਾ ਪਿਆ ਸੀ। ਹਾਂਜੀ 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 ਮੈਨੂੰ ਪੁੱਛਿਆ ਜਾਂਦਾ ਕਿ ਉਸ ਬਾਰੇ ਕੀ ਗੱਲ ਆ। ਜੀ। ਮੈਂ ਪ੍ਰੀਮੀਅਰ ਨਾਲ ਵੀ ਗੱਲ ਕੀਤੀ ਆ, ਜੀ। ਸਾਡੇ ਮਿਨਿਸਟਰ ਸਾਹਿਬਾਨ ਨਾਲ ਵੀ ਗੱਲ ਕੀਤੀ ਆ। ਮੈਂ ਆਪ ਦੀ ਉਸ ਗੱਲ ਨੂੰ ਬਿਲਕੁਲ ਆਲੋਚਨਾਤਮਕ ਤਰੀਕੇ ਨਾਲ ਉਹਨਾਂ ਨੂੰ ਦੱਸ ਦਿੱਤਾ ਹਾਂਜੀ। ਕਿ ਸਾਡੀ ਨਾ ਤਾਂ ਇਹ ਪਾਰਟੀ ਦੀ ਡਿਸੀਜਨ ਆ, ਹਾਂ। ਅਸੀਂ ਕਿਸੇ ਦਾ ਇੰਟਰਨੈਸ਼ਨਲ ਬਾਰਡਰ ਕਰਕੇ ਨਹੀਂ ਕਰ ਸਕਦੇ ਜੀ। ਵੀ ਕਿਹੜੇ ਕਾਨੂੰਨ ਕਦੋਂ ਬਣਾਏ ਜਾਣ, ਪਰ ਹਾਂਜੀ ਡੈਮੋਕ੍ਰੇਟਿਕ ਰਾਈਟ ਚਾਹੇ ਉਹ ਸਾਡੇ ਪੰਜਾਬ 'ਚ ਹੋਣ, ਹਿੰਦੁਸਤਾਨ 'ਚ ਹੋਣ, ਵਰਲਡ ਦੇ ਕਿਸੇ ਵੀ ਕੋਨੇ 'ਚ ਹੋਣ, ਜੀ। ਉਹਨਾਂ ਦੀ ਰਾਖੀ ਦੇ ਲਈ ਜੀ। ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਾਂਗੇ। ਬਿਲਕੁਲ ਜੀ। ਪੀਸਫੁਲ ਪ੍ਰੋਟੈਸਟ ਕਰਨਾ ਇੱਕ ਕਾਨੂੰਨੀ ਜਾਣਾ ਸਾਡਾ ਇੱਕ ਜਿਹੜਾ ਕਹਿੰਦੇ ਜਮਹੂਰੀ ਹੱਕ ਆ, ਜੀ, ਜੀ। ਉਸ ਤੇ ਕੋਈ ਨਹੀਂ ਕਰ ਸਕਦੇ। ਗੱਲ ਦੂਜੇ ਪਾਸੇ ਇੱਕ ਮੈਂ ਥੋੜੀ ਗੱਲ ਚੰਗੀ ਗੱਲ ਵੀ ਹੈ, ਜੀ ਜੀ ਜਿਹੜਾ ਅੰਦੋਲਨ ਤੋਂ ਮੈਨੂੰ ਇਮੋਸ਼ਨਲ ਹੋ ਕੇ ਹਾਂਜੀ ਲੱਗਿਆ ਤਾਂ ਹੈ ਵੀ ਚਲੋ ਮਹੀਨਾ ਹੋ ਗਿਆ ਉਹਨਾਂ ਨੂੰ ਉੱਥੇ ਬੈਠੇ ਨੇ, ਹਾਂ, ਜ਼ਿਆਦਾ ਵੀ time ਚਲੋ ਹੋ ਗਿਆ। ਦੇਖੋ ਪੰਜਾਬ ਨੂੰ ਜਿਹੜੇ ਰਿਊਮਰ ਉਠਾਉਂਦੇ ਹੁੰਦੇ ਸੀ, ਜਿਹੜੇ ਆਲੋਚਨਾ ਕਰਦੇ ਸੀ, ਹਾਂਜੀ। ਵਰਲਡ ਦੇ ਵਿੱਚ ਪੰਜਾਬ ਨੂੰ ਸਾਨੂੰ ਦੱਸਿਆ ਸੀ ਕਿ ਤੁਸੀਂ ਇੱਕ ਪਿਛੜੇ ਜਿਹੇ ਪ੍ਰੋਵਿੰਸ ਨੂੰ ਹੋ, ਹਾਂ ਨਸ਼ੇੜੀ ਤੁਹਾਡੇ ਜਵਾਕ ਨੇ, ਹਾਂ, ਬਿਲਕੁਲ। ਤੁਹਾਡੇ ਉੱਥੇ ਕੁਝ ਨਹੀਂ ਰਿਹਾ, ਹਾਂ। ਤੁਸੀਂ ਇੱਕ ਦੂਜੇ ਨਾਲ, ਹਾਲਾਂਕਿ ਉਸ ਬੜੀਆਂ ਰਾਜਨੀਤੀ ਵੱਡੀਆਂ ਨੂੰ ਤੋਮਤਾਂ ਲੱਗੀਆਂ ਜੀ ਅਸੀਂ ਇਹ। ਉਹ ਰਾਜਨੀਤੀ ਨੂੰ ਹਾਂ। ਇੱਥੇ ਵੀ ਲੈ ਕੇ ਆਉਨੇ ਆ, ਬਿਲਕੁਲ ਜੀ। ਪਰ ਦੇਖੋ ਸਾਡਾ ਗਾਉਣ ਵਾਲਿਆਂ ਦਾ ਕਲਚਰ ਖਰਾਬ ਸੀ। ਸਾਰਾ ਹੀ। ਗਾਉਣ ਵਾਲਿਆਂ ਦੇ ਜਿਹੜੇ ਗਾਣੇ ਆਏ ਨੇ, ਜਿਹੜੇ ਹਾਂ। ਇਨਕਲਾਬੀ ਗਾਣੇ ਆਏ ਨੇ, ਬਿਲਕੁਲ ਉਹ ਜੀ। ਇੱਥੋਂ ਦੇ ਬੱਚੇ ਉਹਨਾਂ ਨੂੰ ਸੁਣਦੇ ਨੇ। ਬਿਲਕੁਲ ਜੀ। ਜਿਹੜੀ
ਪੀਸਫੁਲ ਪ੍ਰੋਟੈਸਟ ਦੀ ਉਦਾਹਰਣ ਹਾਂਜੀ ਸਾਡੇ ਵਿਰਸੇ ਨੂੰ ਸੰਭਾਲਣ ਲਈ ਹਾਂ, ਸਾਡੇ ਪੰਜਾਬੀਆਂ ਨੇ ਦਿੱਤੀ ਆ। ਬਿਲਕੁਲ ਜੀ ਬਿਲਕੁਲ। ਤੇ ਸਾਰੇ ਪੰਜਾਬ ਨੂੰ ਨਹੀਂ, ਸਾਰੇ ਹਿੰਦੁਸਤਾਨ ਨੂੰ ਇਕੱਠ ਕਰਨ ਦੀ ਗੱਲ ਕੀਤੀ ਆ। ਬਿਲਕੁਲ ਜੀ। ਅੱਜ ਜਦੋਂ ਜਿਹੜਾ ਕਿਸਾਨ ਆ, ਦੇਖੋ ਹੁਣ ਬਿਹਾਰ ਦਾ ਕਿਸਾਨ ਤਾਂ 10-15 ਸਾਲ ਪਹਿਲਾਂ ਹੀ ਲੁੱਟ ਲਿਆ ਸੀ, ਉਹ ਤਾਂ ਵਿਚਾਰੇ ਮਜ਼ਦੂਰ ਬਣ ਗਏ। ਪਰ ਇਹ ਜਿਹੜਾ ਅੰਦੋਲਨ ਹੋਇਆ ਇਹਦੇ ਵਿੱਚ ਉਹਨਾਂ ਨੂੰ ਵੀ ਗਿਆਨ ਹੋ ਗਿਆ ਵੀ ਸਾਨੂੰ ਤਾਂ ਲੁੱਟਦੇ ਰਿਹਾ ਹੈ। ਐਗਜ਼ੈਕਟਲੀ। ਹੁਣ ਜਿਹੜੇ ਬੰਦੇ ਮਜ਼ਦੂਰ ਵੀ ਬਣ ਗਏ ਨੇ, ਹਾਂਜੀ ਹਾਂਜੀ, ਦੇਖੋ ਆਪਦੇ ਬੱਚਿਆਂ ਲਈ ਅਸੀਂ ਇੱਥੇ ਆ ਕੇ ਵੀ ਬਹੁਤ ਮਿਹਨਤ ਕਰਦੇ ਹਾਂ। ਜੇ ਇਹ ਸਾਡਾ ਜਿਹੜਾ ਅਸੀਂ ਫਿਰ ਉਹਨੂੰ ਫਾਈਨੈਂਸ਼ੀਅਲ ਮੈਟਰ ਤੇ ਗੱਲ ਤਾਂ ਨਹੀਂ ਕਰ ਸਕਦੇ ਵੀ ਵਿਰਸਾ ਛੱਡਣਾ ਬੜਾ ਔਖਾ ਹੁੰਦਾ। ਤੁਸੀਂ ਵੀ ਛੱਡਿਆ, ਮੈਂ ਵੀ ਛੱਡਿਆ, ਤੇ ਉਹ ਕੋਈ ਮਜਬੂਰੀ ਹੋਊਗੀ ਤੇ ਅਸੀਂ ਖੁਸ਼ੀ 'ਚ ਨਹੀਂ ਛੱਡਿਆ। ਪਰ ਸਾਡੇ ਜਿਹੜੇ ਉੱਥੇ ਅੰਦੋਲਨ ਕਰ ਰਹੇ ਨੇ, ਹਾਂਜੀ, ਚਾਹੇ ਉਹ ਸਾਡੇ ਪੰਜਾਬੀ, ਚਾਹੇ ਹਿੰਦੁਸਤਾਨ ਦੇ, ਚਾਹੇ ਕੈਨੇਡਾ ਤੋਂ ਵੀ ਗਏ ਨੇ, ਚਾਹੇ ਵਰਲਡ ਦੇ ਦੂਜੇ ਤੋਂ ਉਸ ਅੰਦੋਲਨ ਦਾ ਪਾਰਟ ਬਣ ਗਏ ਨੇ, ਵਧਾਈ ਦੇ ਪਾਤਰ ਨੇ। ਬਿਲਕੁਲ ਜੀ। ਜਿਹੜਾ ਪੀਸਫੁਲ ਪ੍ਰੋਟੈਸਟ ਦੀ ਮਿਸਾਲ ਦੇ, ਮੈਨੂੰ ਸ਼ੱਕ ਸੀਗਾ ਕਿ ਦੇਖੋ ਕੋਈ ਨਾ ਕੋਈ ਸ਼ਰਾਰਤ ਕਰਕੇ ਉਸ ਅੰਦੋਲਨ ਨੂੰ ਖਰਾਬ ਕਰ ਸਕਦਾ, ਪਰ ਜਿਹੜੀ ਉਦਾਹਰਨ ਉਹਨਾਂ ਨੇ ਦਿੱਤੀ ਆ, ਦੇਖੋ ਜਿਹੜੀ ਉਹ ਸਫਲਤਾ ਦਾ ਰਾਹ ਉਹੀ ਚੁੰਮਦੇ ਨੇ ਜਿਹੜੇ ਇੱਕ ਉਦਾਹਰਨਾਂ ਬਣਦੇ ਨੇ। ਉਹਨਾਂ ਨੇ ਸਾਡੇ ਲਈ ਨਹੀਂ, ਇਸ ਸੰਸਾਰ ਦੇ ਲਈ ਮਿਸਾਲ ਬਸ ਦਿੱਤੀ ਆ। ਦੂਜੇ ਪਾਸੇ ਮੈਂ ਵੀ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਆਮ ਮੈਨੂੰ ਮੀਡੀਆ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਇੱਥੇ ਕੀ ਕਰ ਸਕਦੇ ਹੋ। ਦੇਖੋ ਪਹਿਲਾਂ ਤਾਂ ਚਾਹੇ ਅਸੀਂ ਆਮ ਕੈਨੇਡੀਅਨ ਨਾਗਰਿਕ ਰੱਬ ਕੋਲੋਂ, ਸਾਡੇ ਵਾਹਿਗੁਰੂ ਕੋਲੋਂ ਅਰਦਾਸ ਕਰ ਸਕਦੇ ਹਾਂ ਕਿ ਛੇਤੀ ਤੋਂ ਛੇਤੀ ਇਹਦਾ ਹੱਲ ਹੋ ਜਾਵੇ। ਨਵਾਂ ਸਾਲ ਚੜ ਰਿਹਾ, ਨਵਾਂ ਸਾਲ ਉਹਨਾਂ ਲਈ ਵੀ ਖੁਸ਼ੀ ਭਰਿਆ ਵਾ, ਰਾਜੀ ਖੁਸ਼ੀ ਆਪਦੇ ਘਰਾਂ ਜਾਣ। 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ, ਮੌਤਾਂ ਟਲਤ ਨੇ, ਜਿਹੜੀਆਂ ਉੱਥੇ ਹਾਲਤਾਂ ਨੇ ਠੀਕ ਨਹੀਂ ਹੈਗੀਆਂ। ਦੂਜੇ ਪਾਸੇ ਇੱਕ ਗੱਲ ਜ਼ਰੂਰ ਆ ਵੀ ਦੇਖੋ ਕਿਸਾਨ ਨੂੰ ਜਾਂ ਸਾਡੇ ਵਿਰਸੇ ਦੇ ਨਾਲ ਜਿਹੜੇ ਉੱਤੇ ਸੰਬੰਧੇ ਨੇ ਉਹਨਾਂ ਨੂੰ ਇੰਨੇ ਕਮਜ਼ੋਰ ਨਾ ਸਮਝੋ। ਸੰਸਾਰ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਬਿਜ਼ਨਸ, ਬਹੁਤ ਪੋਲੀਟੀਸ਼ੀਅਨ ਸਾਰੇ ਨੇ, ਜਿੱਥੇ ਉਹਨਾਂ ਨੂੰ ਸਾਡੇ ਦਿਮਾਗ ਦੀ, ਸਾਡੀ ਕੋਈ ਵੀ ਚੀਜ਼ ਦੀ ਜ਼ਰੂਰਤ ਹੋਊਗੀ ਉਹ ਉਹਨਾਂ ਨੂੰ ਮੁੜਦੇ ਟਾਈਮ ਤੇ ਜ਼ਰੂਰ ਦਿੱਤੀ ਜਾਊਗੀ। ਠੀਕ ਹੈ ਜੀ, ਬਹੁਤ ਵਧੀਆ ਭਾਜੀ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜੀ? ਦੇਖੋ ਇਹ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ, ਜਿਹੜਾ ਸਾਲ ਸੀਗਾ ਇਹ ਬਹੁਤ ਹੀ ਚੁਣੌਤੀਆਂ ਭਰਿਆ ਸੀ ਜੀ। ਅਲਬਰਟਾ ਦੇ ਵਿੱਚ ਚੁਣੌਤੀਆਂ ਡਿਫਰੈਂਟ ਨੇ, ਚੁਣੌਤੀਆਂ ਸਾਡੀਆਂ ਸਿਹਤ ਸੰਬੰਧੀ ਰਹੀਆਂ ਨੇ, ਇਕਨੋਮੀ ਪੱਖੀ ਰਹੀਆਂ ਨੇ, ਜਿਸ ਦਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਮੁਕਾਬਲਾ ਵੀ ਕੀਤਾ। ਅਲਬਰਟਾ ਨਿਵਾਸੀਆਂ ਨੇ ਸਾਡਾ ਸਾਥ ਵੀ ਬਹੁਤ ਦਿੱਤਾ ਜੀ। ਜ਼ਰੂਰ ਇਸ ਮੁਸ਼ਕਲ ਘੜੀ ਦੇ ਵਿੱਚੋਂ ਬਾਹਰ ਨਿਕਲ ਜਾਵਾਂਗੇ। ਨਵਾਂ ਸਾਲ ਆਉਂਦਾ, ਅਸੀਂ ਹਮੇਸ਼ਾ ਹੀ ਅਰਦਾਸਾਂ ਕਰਦੇ ਹਾਂ, ਅਰਦਾਸਾਂ ਸਾਡੀਆਂ ਪੂਰੀਆਂ ਵੀ ਹੁੰਦੀਆਂ ਨੇ। ਅੱਜ ਤੋਂ ਬਾਅਦ ਅਸੀਂ ਪਿਛਲਾ ਸਾਲ ਛੱਡ ਦੇਣਾ, ਇੱਕ ਨਵਾਂ ਦਿਨ ਚੜ੍ਹਨਾ, ਇੱਕ ਨਵਾਂ ਚੰਨ ਆਉਣਾ। ਦੂਜੇ ਪਾਸੇ ਜਿਹੜੇ ਅੰਦੋਲਨ ਦੇ ਵਿੱਚ ਬੈਠੇ ਸਾਡੇ ਕਿਸਾਨ ਭਰਾ ਭੈਣਾਂ, ਸਾਡੇ ਬੱਚੇ, ਸਾਡੇ ਬਜ਼ੁਰਗ, ਤੁਹਾਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਜਿਹੜਾ ਅੰਦੋਲਨ ਦੇ ਵਿੱਚ ਜਿਹੜੀ ਇੱਕ ਉਦਾਹਰਣ ਤੇ ਮਿਸਾਲ ਕਾਇਮ ਕੀਤੀ ਆ, ਉਸ ਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਵਾਹਿਗੁਰੂ ਤੁਹਾਡੀਆਂ ਅਰਦਾਸਾਂ ਪੂਰੀਆਂ ਕਰੂਗਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਰੱਬ ਸਾਡਾ ਵਾਹਿਗੁਰੂ ਖੁਸ਼ੀਆਂ ਭਰੀ ਜ਼ਿੰਦਗੀ ਦੇਵੇ। ਉਸ ਦੇ ਨਾਲ ਤੁਸੀਂ ਆਪਣੇ ਘਰੇ ਜਾਓ। ਅਸੀਂ ਵੀ ਜਦੋਂ ਮੁੜ ਵਤਨਾਂ ਨੂੰ ਆਉਂਗੇ, ਜਿਹੜੀ ਸਮਾਈਲ ਤੁਹਾਡੇ ਮੂੰਹ ਤੇ ਹੋਊਗੀ, ਉਹੀ ਸਮਾਈਲ ਸਾਡੇ ਮੂੰਹ ਤੇ ਸਮਾਈਲ ਲੈ ਕੇ ਆਊਗੀ। ਬਹੁਤ ਬਹੁਤ ਧੰਨਵਾਦ ਤੁਸੀਂ ਸਨ। ਬਹੁਤ ਬਹੁਤ ਮਿਹਰਬਾਨੀ ਭਾਜੀ। ਫਿਰ ਤੁਹਾਨੂੰ ਅਸੀਂ ਬੇਨਤੀ ਕਰਾਂਗੇ ਨਵੀਂ ਅਪਡੇਟ ਵਾਸਤੇ, ਕਿਉਂਕਿ ਸਰਕਾਰ ਦੀਆਂ ਕੋਈ ਨਾ ਕੋਈ ਨਵੀਆਂ ਚੀਜ਼ਾਂ ਆਉਂਦੀਆਂ ਰਹਿਣੀਆਂ, ਤੇ ਤੁਸੀਂ ਜਦੋਂ ਵੀ ਮੈਸੇਜ ਕੋਈ ਦੇਣਾ ਚਾਹੋ ਇਸ ਮਾਧਿਅਮ ਦੇ ਜ਼ਰੀਏ ਸਰਕਾਰ ਦੇ, ਤੇ ਹਮੇਸ਼ਾ ਤੁਹਾਡੇ ਲਈ ਧੰਨਵਾਦ ਜੀ। ਜੇ ਇੱਕ ਬਿਫੋਰ ਆਪਾਂ ਕਰੀਏ, ਜੇ ਕੋਈ ਵੈਕਸੀਨ ਸੰਬੰਧੀ, ਜੇ ਕੋਈ ਕੋਵਿਡ ਸੰਬੰਧੀ, ਨਾਰਥ ਈਸਟ ਦੇ ਵਿੱਚ ਅਸੀਂ ਜਦੋਂ ਕਈ ਸਾਡੇ ਘਰ ਅਸੀਂ ਜਿਵੇਂ ਕਹਿੰਦੇ ਹੁੰਦੇ ਆ, ਅਸੀਂ ਸੋਸ਼ਲ ਇਕੱਠੇ ਰਹਿੰਦੇ ਆ ਬਜ਼ੁਰਗ ਬੱਚਿਆਂ ਨਾਲ। ਜਦੋਂ ਜੇ ਕੋਈ ਸੋਸ਼ਲ ਆਈਸੋਲੇਸ਼ਨ ਦੀ ਲੋੜ ਆ ਤਾਂ ਅਸੀਂ ਹੋਟਲ ਪ੍ਰੋਵਾਈਡ ਕੀਤੇ ਹੋਏ ਨੇ, ਸੋ ਸੈਲਫ ਆਈਸੋਲੇਸ਼ਨ ਫੰਡ ਵੀ ਦਿੱਤਾ ਹੋਇਆ। ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਜਾਂ ਕਿਸੇ ਨੂੰ ਉਸ ਦੀ ਲੋੜ ਆ ਤਾਂ ਸਾਡੇ ਆਫਿਸ ਨੂੰ ਕੰਟੈਕਟ ਕਰੋ। ਸਾਡਾ ਫਰਜ਼ ਆ ਤੁਹਾਡੀ ਸੇਵਾ ਕਰਨੀ ਜਾਂ ਤੁਹਾਨੂੰ ਮੁੜ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ। ਨਾਰਥ ਈਸਟ ਦੇ ਵਿੱਚ ਕੇਸ ਬਹੁਤ ਵਧੇ ਸੀ, ਪਰ ਮਾਣ ਵੀ ਇੰਨਾ ਕਿ ਜਿੰਨੇ ਸਾਡੇ ਐਸੈਂਸ਼ੀਅਲ ਵਰਕਰ ਨੇ ਇੱਥੇ, ਜਿੰਨੇ ਉਹਨਾਂ ਨੇ ਪਿੱਠ ਨਹੀਂ ਦਿਖਾਈ, ਆਪਦੇ ਕੰਮਾਂ ਕਾਰਾਂ ਨੂੰ ਤੋਂ ਛੱਡਿਆ ਨਹੀਂ। ਹਾਲਾਂਕਿ ਨਹੀਂ ਤਾਂ ਜਿਵੇਂ ਕਹਿੰਦੇ ਜਿਸ ਦਾ ਫੌਜਾਂ ਭੱਜ ਜਾਂਦੀਆਂ ਨੇ, ਪਰ ਇਹ ਮੋਰਚੇ ਤੇ ਸਾਡੇ ਜਿਹੜੇ ਕੈਲਗਰੀ ਨਾਰਥ ਈਸਟ ਦੇ ਨਿਵਾਸੀ ਨੇ, ਚਾਹੇ ਕਿਸੇ ਵੀ ਕਮਿਊਨਿਟੀ ਦੇ ਹੋਣ, ਉਹ ਮੋਰਚੇ ਤੇ ਡਟੇ ਹੋਏ ਨੇ। ਮਹੀਨਾ ਪਹਿਲਾਂ ਜਿਹੜੀਆਂ ਹਾਲਤਾਂ ਸੀ ਉਹ ਹਾਲਤਾਂ ਹੁਣ ਨਹੀਂ ਹੈਗੀਆਂ, ਬਹੁਤ ਸੁਧਾਰ ਹੋ ਰਿਹਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗੀ ਜ਼ਿੰਦਗੀ ਦੀ ਵੀ ਅਸੀਂ ਉਮੀਦ ਕਰ ਸਕਦੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ। ਅਗਲੀ ਵਾਰ ਨੂੰ ਫਿਰ ਅਸੀਂ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਜਦ ਤੱਕ ਤੁਹਾਡਾ ਸਾਡਾ ਰੱਬ ਰਾਖਾ। ਖੁਸ਼ ਰਿਹਾ ਕਰੋ।
ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ।